ਹੈਲੋ एवरीवन ਵੈਲਕਮ ਟੂ ਸਟੱਡੀ ਸ਼ੋ ਕਚ ਹੇਅਰ ਸਟੱਡੀ ਬਿਕਮਸ ਈਜ਼ੀਅਰ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਰਿਲੇਟਡ ਇਹ ਨੋਟਿਸ ਜਿਹੜਾ ਹੈ ਅੱਜ 4/1/2021 ਨੂੰ ਜਾਰੀ ਕੀਤਾ ਗਿਆ ਸੀਗਾ। ਇਸ ਨੋਟੀਫਿਕੇਸ਼ਨ ਦੇ ਵਿੱਚ ਹੈ ਕਿ ਇੰਸਟਰਕਸ਼ਨਸ ਦਿੱਤੀਆਂ ਗਈਆਂ ਨੇ ਉਹਨਾਂ ਬੱਚਿਆਂ ਨੂੰ ਜਿਨ੍ਹਾਂ ਦੇ ਜਨਵਰੀ ਦੇ ਵਿੱਚ ਪੇਪਰ ਹੋਣ ਵਾਲਾ ਹੈ, ਆਨਲਾਈਨ ਮੈਥਡ ਨਾਲ ਹੋਣ ਵਾਲਾ ਹੈ, ਅਤੇ ਕੀ ਇੰਸਟਰਕਸ਼ਨਸ ਬੱਚਿਆਂ ਨੂੰ ਦਿੱਤੀਆਂ ਗਈਆਂ ਨੇ ਅਤੇ ਇੰਸਟਰਕਸ਼ਨਸ ਕਿਉਂ ਜ਼ਰੂਰੀ ਨੇ। ਨਵਾਂ ਨੋਟਿਸ ਜਿਹੜਾ ਡਿਸਕਸ ਕਰਨਾ ਕਿਉਂ ਜ਼ਰੂਰੀ, ਉਹ ਇਸ ਕਰਕੇ ਬਹੁਤ ਜ਼ਰੂਰੀ ਬਣ ਜਾਂਦਾ ਡਿਸਕਸ ਕਰਨਾ, ਕਿਉਂਕਿ ਇਹ ਜਿਹੜਾ ਨੋਟਿਸ ਵਿੱਚ ਜੋ ਇੰਸਟਰਕਸ਼ਨਸ ਨੇ ਹੁਣ ਤੱਕ ਜਿੰਨੇ ਵੀ ਆਨਲਾਈਨ ਮੈਥਡ ਨਾਲ ਬੱਚਿਆਂ ਦੇ ਐਗਜ਼ਾਮਸ ਹੋਏ ਨੇਗੇ, ਚਾਹੇ ਉਹ ਕਿਸੇ ਵੀ ਯੂਨੀਵਰਸਿਟੀ ਦੇ ਨੇ, ਉਹ ਜਿਹੜੇ ਹੈਗੇ ਆ ਇੰਸਟਰਕਸ਼ਨਸ ਉਹ ਚੇਂਜ ਕਰ ਦਿੱਤੀਆਂ ਗਈਆਂ ਨੇ। ਬਹੁਤ ਚੇਂਜਸ ਇਹਦੇ ਵਿੱਚ ਕੀਤੀਆਂ ਗਈਆਂ ਨੇ। ਉਹ ਚੇਂਜਸ ਨੂੰ ਡਿਟੇਲ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਵੀ ਕੀ ਕੁਛ ਚੇਂਜ ਕੀਤਾ ਹੈ, ਕਿਸ ਤਰ੍ਹਾਂ ਜਿਹੜੇ ਹੁਣ ਆਨਲਾਈਨ ਮੈਥਡ ਨਾਲ ਪੇਪਰ ਹੋਣੇ, ਉਹ ਚੇਂਜਸ ਹਰ ਇੱਕ ਬੱਚੇ ਤੱਕ ਪਹੁੰਚਾਉਣਾ ਬਹੁਤ ਜ਼ਰੂਰੀ ਹੈ, ਕਿਉਂਕਿ ਬੱਚੇ ਦੇ ਮਾਈਂਡ 'ਚ ਕਈ ਵਾਰ ਪੁਰਾਣਾ ਵਾਲਾ ਮੈਥਡ ਹੀ ਹੁੰਦਾ ਕਿ ਇਹ ਪੇਪਰ ਨੂੰ ਇਸੇ ਤਰ੍ਹਾਂ ਸੋਲਵ ਕਰਨਾ ਹੈ। ਅਤੇ ਇਹ ਜਿਹੜੀ ਵੀਡੀਓ ਹੈਗੀ ਹੈ ਪਲੀਜ਼ ਬਹੁਤ ਵੱਧ ਤੋਂ ਵੱਧ ਆਪਣੇ ਨਾਲ ਦਿਆਂ ਨਾਲ ਸ਼ੇਅਰ ਕਰਿਓ, ਤਾਂ ਕਿ ਹਰ ਇੱਕ ਤੱਕ ਇਹ ਇੰਸਟਰਕਸ਼ਨ ਜਿਹੜੀਆਂ ਪਹੁੰਚ ਸਕਣ ਅਤੇ ਹਰ ਇੱਕ ਬੱਚਾ ਆਪਣਾ ਪੇਪਰ ਜਿਹੜਾ ਹੈਗਾ ਉਹ ਸਹੀ ਤਰੀਕੇ ਨਾਲ ਅਟੈਂਪਟ ਕਰ ਸਕੇ। ਅਤੇ ਜੇ ਤੁਸੀਂ ਵੀਡੀਓ ਦੇਖ ਰਹੇ ਹੋ ਮੇਰੇ ਚੈਨਲ 'ਤੇ ਪਹਿਲੀ ਵਾਰ ਵਿਜ਼ਿਟ ਕੀਤਾ, ਪਲੀਜ਼ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਨਾਲ ਹੀ ਬੈਲ ਆਈਕਨ ਨੂੰ ਪ੍ਰੈਸ ਕਰ ਲੈਣਾ, ਜਿਸ ਨਾਲ ਆਉਣ ਵਾਲੇ ਸਾਰੇ ਲੇਟੈਸਟ ਅਪਡੇਟ ਤੁਹਾਡੇ ਤੱਕ ਪਹੁੰਚਦੀਆਂ ਰਹਿਣਗੀਆਂ। ਤਾਂ ਸ਼ੁਰੂ ਕਰਦੇ ਹਾਂ, ਕੀ ਇੰਸਟਰਕਸ਼ਨ ਹੈ ਡਿਟੇਲ ਦੇ ਵਿੱਚ ਪੜ੍ਹਦੇ ਹਾਂ ਆਪਾਂ। ਪਹਿਲੀ ਇੰਸਟਰਕਸ਼ਨ ਦੇਖਦੇ ਹਾਂ ਆਪਾਂ ਕੀ ਹੈਗੀ ਆ। ਹਾਂਜੀ, ਜਿਵੇਂ ਆਪਾਂ ਦੇਖ ਸਕਦੇ ਹਾਂ ਪਹਿਲਾ ਪੁਆਇੰਟ ਜਿਹੜਾ ਹੈਗਾ, ਦੀਜ਼ ਐਗਜ਼ਾਮੀਨੇਸ਼ਨਸ ਆਰ ਟੂ ਬੀ ਕੰਡਕਟਡ ਵਿਦ ਇਫੈਕਟ ਫਰੋਮ 15th January 2021 in an online mode and only for the students of following categories who have already filled their examination forms for May 2020 and their examinations couldn't be conducted online exit semester exams held in September 2020। ਯਾਨੀ ਕਿ ਜਿਨ੍ਹਾਂ ਬੱਚਿਆਂ ਨੇ ਆਪਣੀ ਮਈ 2020 ਦੀ ਜਿਹੜੀ ਐਗਜ਼ਾਮੀਨੇਸ਼ਨ ਫਾਰਮ ਜਿਹੜਾ ਫਿਲ ਕੀਤਾ ਸੀਗਾ ਅਤੇ ਉਹਨਾਂ ਦੇ ਪੇਪਰ ਸੈਪਟੰਬਰ 2020 ਦੇ ਵਿੱਚ ਨਹੀਂ ਹੋਏ ਸੀ, ਉਹਨਾਂ ਬੱਚਿਆਂ ਲਈ ਹੀ ਇਹ ਜਿਹੜੇ ਹੈਗੇ ਨੀਚੇ ਕੈਟੇਗਰੀਜ਼ ਦਿੱਤੀਆਂ ਹੋਏ ਨੇ। ਇਹ ਵਾਲੇ ਪੇਪਰ ਉਹਨਾਂ ਲਈ ਹੋਣਗੇ। ਫਸਟ ਹੈਗੇ ਆ ਰੀਪੇਅਰ ਪ੍ਰੋਫੈਸ਼ਨਲ ਕੋਰਸਿਸ ਦੇ ਜਿੰਨੇ ਰੀਪੇਅਰ ਵਾਲੇ ਸਟੂਡੈਂਟਸ ਹੈਗੇ ਆ, ਇੰਟਰਮੀਡੀਏਟ ਈਵਨ ਸਮੈਸਟਰਸ ਦੇ ਜਿਹੜੇ ਡੈਫੀਸ਼ੀਐਂਟ ਵਾਲੇ ਸਟੂਡੈਂਟਸ ਹੈਗੇ ਆ, ਇਨਵਾਇਰਮੈਂਟ ਐਂਡ ਰੋਡ ਸੇਫਟੀ ਐਜੂਕੇਸ਼ਨ ਐਂਡ ਵਾਇਲੈਂਸ ਅਗੇਂਸਟ ਵੂਮੈਨ ਐਂਡ ਚਿਲਡਰਨ ਗੋਲਡਨ ਚਾਂਸ ਐਂਡ ਇੰਟਰਮੀਡੀਏਟ ਈਵਨ ਸਮੈਸਟਰ ਵਾਲੇ ਸਟੂਡੈਂਟਸ ਦੇ। ਫੋਰਥ ਪੁਆਇੰਟ 'ਚ ਇਹਨਾਂ ਨੇ ਦਿੱਤਾ ਹੈ ਰੀਅਪੇਅਰ ਕੈਂਡੀਡੇਟ ਆਫ ਇੰਟਰਮੀਡੀਏਟ ਸਮੈਸਟਰਸ ਓਨਲੀ ਹੂ ਕੁਡਨਟ ਕਲੀਅਰ ਦੇਅਰ ਐਗਜ਼ਾਮ ਈਵਨ ਆਫਟਰ ਟੇਕਿੰਗ ਐਵਰੇਜ ਮਾਰਕਸ ਐਜ਼ ਪਰ ਇੰਸਟਰਕਸ਼ਨਸ ਐਂਡ ਮੋਡਲਸ ਇਸ਼ੂਡ ਬਾਈ PU ਅਥੋਰਿਟੀ। ਜਿਨ੍ਹਾਂ ਬੱਚਿਆਂ ਨੇ ਰੀਪੇਅਰ ਆਈ ਹੈਗੀ, ਮਤਲਬ ਰੀਪੇਅਰ ਵਾਲੇ ਸੀਗੇ ਇੰਟਰਮੀਡੀਏਟ ਸਮੈਸਟਰ ਦੇ ਵਿੱਚ, ਉਹਨਾਂ ਨੂੰ ਜਿਵੇਂ ਪ੍ਰਮੋਟ ਕੀਤਾ ਗਿਆ ਐਵਰੇਜ ਮਾਰਕਸ ਦੇ ਕੇ, ਤਾਂ ਉਹਨਾਂ ਸਟੂਡੈਂਟਸ ਦੇ ਵੀ ਇਹ ਜਿਹੜੀ ਇੰਸਟਰਕਸ਼ਨਸ ਹੈ ਉਹਨਾਂ ਦੇ ਪੇਪਰਾਂ ਲਈ ਵੀ ਇੰਸਟਰਕਸ਼ਨਸ ਫੋਲੋ ਹੋਣਗੀਆਂ। ਅਤੇ ਇਹ ਸੀਗਾ ਜੀ ਫਸਟ ਪੁਆਇੰਟ ਕਿ ਕਿੰਨਾਂ ਲਈ ਇੰਸਟਰਕਸ਼ਨਸ ਹੈਗੀਆਂ ਨੇ। ਅਤੇ ਸੈਕਿੰਡ ਪੁਆਇੰਟ ਆਪਾਂ ਦੇਖਦੇ ਹਾਂ ਡਾਊਨਲੋਡਿੰਗ ਐਡਮਿਟ ਕਾਰਡ, ਯਾਨੀ ਕਿ ਰੋਲ ਨੰਬਰ। ਇਹ ਐਡਮਿਟ ਕਾਰਡ ਕਿਸ ਤਰ੍ਹਾਂ ਤੁਸੀਂ ਡਾਊਨਲੋਡ ਕਰਨਾ ਹੈ। ਫਸਟ ਉਹਦੇ ਵਿੱਚ ਲਿਖਿਆ ਉਹਨਾਂ ਨੇ, ਇਹ ਰਿਹਾ ਆਪਣਾ ਫਸਟ ਪੁਆਇੰਟ, The students appearing in the examination mentioned above at point 1 are advised to download their admit card from the university's UG and PG websites। ਤਾਂ ਤੁਸੀਂ ਆਪਣੀ ਯੂਨੀਵਰਸਿਟੀ ਦੀ UG PG ਜਿਹੜੀ ਵੈਬਸਾਈਟਸ ਹੈਗੀਆਂ ਨੇ, ਨੀਚੇ ਦੇਖੋ ਉਹਨਾਂ ਨੇ ਵੈਬਸਾਈਟ ਦਿੱਤੀ ਵੀ ਹੋਈ ਹੈ। ਹਾਂਜੀ, ਜਿਵੇਂ ਤੁਸੀਂ ਦੇਖ ਸਕਦੇ ਹੋ ਮੈंने ਅੰਡਰਲਾਈਨ ਕੀਤਾ ਹੈ UG ਅਤੇ UGexam.puchd.ac.in। ਇਸੇ ਤਰ੍ਹਾਂ PG ਵਾਲਿਆਂ ਦੀ ਹੈਗੀ ਹੈ PGexam.puchd.ac.in ਰਿਸਪੈਕਟਿਵਲੀ। ਤਾਂ ਇਹਨਾਂ ਵੈਬਸਾਈਟਸ 'ਤੇ ਜਾ ਕੇ ਤੁਸੀਂ ਆਪਣੇ ਜਿਹੜੇ ਸਟੂਡੈਂਟਸ ਨੇ ਆਪਣੇ ਰੋਲ ਨੰਬਰ ਐਡਮਿਟ ਕਾਰਡ ਹੈ ਉਹ ਡਾਊਨਲੋਡ ਕਰ ਲੈਣੇ ਨੇ ਆਫਟਰ ਸਕਸੈਸਫੁਲ ਲੌਗਇਨ ਵਿਦ ਇਫੈਕਟ 5th January 2021। ਯਾਨੀ ਕਿ ਤੁਸੀਂ ਲੌਗਇਨ ਕਰਨਾ, ਉਸ ਤੋਂ ਬਾਅਦ 5 ਜਨਵਰੀ ਤੋਂ ਤੁਹਾਡੇ ਜਿਹੜੇ ਐਡਮਿਟ ਕਾਰਡਸ ਡਾਊਨਲੋਡ ਹੋਣੇ ਸ਼ੁਰੂ ਹੋ ਜਾਣਗੇ। 5 ਜਨਵਰੀ ਜਿਵੇਂ ਹੋ ਚੁੱਕੀ ਹੈ, ਤੁਹਾਡੇ ਐਡਮਿਟ ਕਾਰਡ ਜਿਹੜੇ ਆ ਡਾਊਨਲੋਡ ਹੋਣੇ ਸ਼ੁਰੂ ਹੋ ਚੁੱਕੇ ਹੋਣਗੇ। B ਪੁਆਇੰਟ ਵਿੱਚ ਇਹਨਾਂ ਨੇ ਕਿਹਾ ਹੈ ਕਿ ਇਨ ਕੇਸ ਅ ਸਟੂਡੈਂਟ ਡਜ਼ਨਟ ਰਿਮੈਂਬਰ ਹਿਜ਼ ਔਰ ਹਰ ਪਾਸਵਰਡ ਦਾ ਸੇਮ ਮੇ ਬੀ ਰਿਟਰਾਈਵਡ ਬਾਈ ਐਂਟਰਿੰਗ ਦਾ ਫੋਲੋਇੰਗ ਡਿਟੇਲਸ। ਨੂੰ ਪਾਸਵਰਡ ਜਿਹੜਾ ਨਹੀਂ ਯਾਦ ਰਹਿੰਦਾ ਤਾਂ ਇੱਥੇ ਤੁਸੀਂ ਆਪਣਾ ਜਿਹੜੇ ਡਿਟੇਲਸ ਹੈ ਉਹ ਲਿਖੋਗੇ, ਲਾਈਕ ਨੇਮ ਤੁਸੀਂ ਇੱਥੇ ਫਿਲ ਕਰੋਗੇ, ਆਪਣਾ ਫਾਦਰਸ ਨੇਮ, ਮਦਰਸ ਨੇਮ, ਡੇਟ ਆਫ ਬਰਥ, ਆਪਣੀ ਕਲਾਸ ਜਿਹੜੀ ਹੈ ਸਿਲੈਕਟ ਕਰੋਗੇ, ਅਤੇ ਇਸ ਤਰੀਕੇ ਨਾਲ ਤੁਸੀਂ ਆਪਣਾ ਇਹ ਵਾਲਾ ਕੁਛ ਡਾਟਾ ਭਰ ਕੇ ਆਪਣਾ ਜਿਹੜਾ ਐਡਮਿਟ ਕਾਰਡ ਹੈ ਉਹ ਲੈ ਸਕਦੇ ਹੋ। ਅਦਰਵਾਈਜ਼ ਤੁਹਾਨੂੰ ਅਗਰ ਪਾਸਵਰਡ ਯਾਦ ਹੈ, ਆਪਣਾ ਲੌਗਇਨ ID ਯਾਦ ਹੈ, ਉਹਦਾ ਪਾਸਵਰਡ ਯਾਦ ਹੈ, ਤਾਂ ਤੁਸੀਂ ਉਸ ਤਰ੍ਹਾਂ ਵੀ ਆਪਣਾ ਜਿਹੜਾ ਹੈਗਾ ਈਜ਼ੀਲੀ ਲੈ ਸਕਦੇ ਹੋ। ਪਰ ਅਗਰ ਨਹੀਂ ਵੀ ਹੈ ਤਾਂ ਇਹ ਡਾਟਾ ਤੁਸੀਂ ਤੇ ਫਿਲ ਕਰਕੇ ਆਪਣਾ ਐਡਮਿਟ ਕਾਰਡ ਜਿਹੜਾ ਉਹ ਇੱਥੋਂ ਲੈ ਸਕਦੇ ਹੋ। ਤਾਂ ਇਨ ਕੇਸ ਆਫ ਐਨੀ ਇਸ਼ੂ ਕੈਂਡੀਡੇਟ ਇਜ਼ ਰਿਕੁਆਇਰਡ ਟੂ ਸੈਂਡ ਈਮੇਲ। ਤਾਂ ਤੁਹਾਨੂੰ ਕੋਈ ਵੀ ਪ੍ਰੋਬਲਮ ਆਉਂਦੀ ਹੈ ਐਡਮਿਟ ਕਾਰਡ ਡਾਊਨਲੋਡ ਕਰਨ ਦੇ ਵਿੱਚ, ਤਾਂ ਤੁਸੀਂ ਜਿਹੜੀਆਂ ਈਮੇਲ ਇਹਨਾਂ ਨੇ ਬਲੂ ਕਲਰ ਦੇ ਵਿੱਚ ਦੇਖੋ ਇੱਥੇ ਦਿੱਤੀਆਂ ਹੋਈਆਂ ਨੇ, ਇਹਨਾਂ ਲਿੰਕਸ 'ਤੇ ਜਾ ਕੇ ਉੱਥੇ ਆਪਣੀ ਇਸ਼ੂ ਜਿਹੜਾ ਤੁਹਾਡਾ ਆ ਰਿਹਾ ਕੋਈ, ਤਾਂ ਉੱਥੇ ਦੇ ਦੇਣਾ, ਇਹਨਾਂ ਨੂੰ ਸੈਂਡ ਕਰ ਦੇਣਾ, ਮੇਲ ਕਰ ਦੇਣੀ ਹੈ। ਅਤੇ ਜਿਹੜੀ UG ਵਾਲੀ ਇਹ ਵਾਲੀ ਈਮੇਲ ਹੈਗੀ ਹੈ, ਇਹ ਉਹਨਾਂ ਲਈ ਹੈ ਜਿਨ੍ਹਾਂ ਨੇ ਗ੍ਰੈਜੂਏਸ਼ਨ ਦੇ ਪੇਪਰ ਦੇ ਰਹੇ ਆ, BA BSc BCom ਇੱਦਾਂ ਕਰਕੇ ਜਿਹੜੇ ਗ੍ਰੈਜੂਏਸ਼ਨ ਦੇ ਪੇਪਰ ਹੁੰਦੇ ਆ ਉਹਨਾਂ ਲਈ ਹੈ। ਜਿਹੜੇ ਮਾਸਟਰਸ ਦੇ ਪੇਪਰ ਹੁੰਦੇ ਜਿਨ੍ਹਾਂ ਨੂੰ ਆਪਾਂ ਪੋਸਟ ਗ੍ਰੈਜੂਏਸ਼ਨ ਕਹਿੰਦੇ ਆ, ਉਹਨਾਂ ਨੇ ਆਹ ਵਾਲੀ ਜਿਹੜੀ ਸੈਕਿੰਡ ਹੈਗੀ ਹੈ PG ਕਰਕੇ ਲਿਖੀ ਹੋਈ ਹੈ, ਇਹ ਵਾਲੀ ਮੇਲ 'ਤੇ ਮੇਲ ਕਰ ਦੇਣਾ ਉਹਨਾਂ ਨੂੰ। ਹਾਂਜੀ, ਹੁਣ ਆਪਾਂ ਆ ਚੁੱਕੇ ਇੰਸਟਰਕਸ਼ਨਸ ਦੇ ਵਿੱਚ ਸੈਕਿੰਡ ਨੰਬਰ ਪੇਜ 'ਤੇ, ਜਿਹਦੇ ਵਿੱਚ ਪੁਆਇੰਟ ਨੰਬਰ 3 ਆਪਾਂ ਡਿਸਕਸ ਕਰਨ ਵਾਲੇ ਹਾਂ। ਏਰੀਆ ਪੁਆਇੰਟ ਨੰਬਰ 3, ਜਿਸ ਦੇ ਵਿੱਚ ਫਸਟ ਪੁਆਇੰਟ ਉਹਨਾਂ ਨੇ ਬਣਾਇਆ ਡੇ ਸ਼ੀਟ ਦਾ। 올 ਡੇ ਸ਼ੀਟਸ ਵਿਲ ਬੀ ਅਵੇਲੇਬਲ ਐਟ ਦਾ ਐਗਜ਼ਾਮੀਨੇਸ਼ਨ ਲਿੰਕ ਦੈਟ ਇਜ਼, ਇਹਨਾਂ ਨੇ ਦੇਖੋ ਇੱਥੇ ਲਿੰਕ ਦਿੱਤਾ ਹੈ ਬਲੂ ਕਲਰ ਦੇ ਵਿੱਚ। ਇਸ ਲਿੰਕ 'ਤੇ ਜਾ ਕੇ ਤੁਸੀਂ ਆਪਣੀ ਸਾਰੀ ਡੇ ਸ਼ੀਟਸ ਜਿਹੜੀਆਂ ਉਹ ਡਾਊਨਲੋਡ ਕਰਨੀਆਂ ਨੇ। ਉਸ ਤੋਂ ਬਾਅਦ ਨੋਟਿਸ ਬੋਰਡ ਦੇ ਰਿਲੇਟਡ ਇਹਨਾਂ ਨੇ ਦਿੱਤਾ, 올 ਸਟੂਡੈਂਟਸ ਆਰ ਐਡਵਾਈਜ਼ ਟੂ ਕੀਪ ਅਸੈਸਿੰਗ ਦਾ ਨੋਟਿਸ ਬੋਰਡ ਐਟ ਦਾ ਲਿੰਕ ਰੈਗੂਲਰਲੀ ਫॉर ਇੰਪੋਰਟੈਂਟ ਅਨਾਊਂਸਮੈਂਟਸ। ਦੇਖੋ
ਯੂਨੀਵਰਸਿਟੀ ਦੇ ਆਪਾਂ ਨੂੰ ਪਹਿਲਾਂ ਹੀ ਪਤਾ ਹੈ ਕਿ ਬਹੁਤ ਸਾਰੀਆਂ ਨੋਟੀਫਿਕੇਸ਼ਨਸ ਜਿਹੜੀਆਂ ਉਹ ਡੇ ਟੂ ਡੇ ਬੇਸਿਸ 'ਤੇ ਆ ਰਹੀਆਂ ਨੇਗੀਆਂ, ਕਿਉਂਕਿ ਔਨਲਾਈਨ ਮੈਥਡ ਨਾਲ ਪੇਪਰ ਹੋਣੇ ਆ। ਤਾਂ ਤੁਸੀਂ ਨੋਟਿਸ ਬੋਰਡ 'ਤੇ ਜਿਹੜਾ ਰੈਗੂਲਰ ਆਪਣਾ ਜਾਂਦੇ ਰਹੋ, ਵਿਜ਼ਿਟ ਕਰਦੇ ਰਹੋ, ਅਤੇ ਜਿਵੇਂ ਕੋਈ ਨੋਟੀਫਿਕੇਸ਼ਨ ਆਉਂਦੀ ਹੈ ਤਾਂ ਤੁਹਾਨੂੰ ਉਸ ਦੇ ਰਿਲੇਟਡ ਜਿਹੜੀ ਅਪਡੇਟ ਮਿਲ ਜਾਏਗੀ। ਤਾਂ ਦੋਨੋਂ ਹੀ ਲਿੰਕਸ ਯੂਨੀਵਰਸਿਟੀ ਨੇ ਇੱਥੇ ਜਿਹੜੇ ਹੈਗੇ ਆ ਉਹ ਦਿੱਤੇ, ਤੁਸੀਂ ਇਸ ਲਿੰਕ ਨੂੰ ਨੋਟ ਕਰਕੇ ਰੱਖ ਲੈਣਾ ਅਤੇ ਰੋਜ਼ ਇਸ ਲਿੰਕ 'ਤੇ ਜਾਣਾ ਹੈ ਆਪਣਾ, ਯਾਨੀ ਕਿ ਯੂਨੀਵਰਸਿਟੀ ਦੀ ਵੈਬਸਾਈਟ 'ਤੇ ਜਾਣਾ ਹੈ ਅਤੇ ਆਪਣੀ ਡੇਟ ਸ਼ੀਟ ਦੇ ਰਿਲੇਟਡ, ਆਪਣੀ ਕਿਸੇ ਵੀ ਹੋਰ ਚੀਜ਼ ਦੇ ਰਿਲੇਟਡ ਜਿਹੜਾ ਵੀ ਨੋਟਿਸ ਆਉਂਦਾ ਉਹਦੇ ਨਾਲ ਜਿਹੜਾ ਤੁਸੀਂ ਅਪਡੇਟ ਹੋਣਾ ਹੈ। ਇਸ ਤੋਂ ਬਾਅਦ ਆਪਣੇ ਪਾਸ ਫੋਰਥ ਪੁਆਇੰਟ ਆ ਜਾਂਦਾ ਹੈ ਟਾਈਮ ਸਲੋਟ ਦਾ। ਦੇਖੋ ਇਸ ਦੇ ਵਿੱਚ ਜਿਹੜੇ ਅਗਲੇ 2 ਪੁਆਇੰਟ ਮੈਂ ਡਿਸਕਸ ਕਰਨ ਵਾਲੀ ਹਾਂ, ਅਗਲੇ 3 ਪੁਆਇੰਟ ਈਵਨ, ਤਾਂ ਤਿੰਨੋਂ ਪੁਆਇੰਟ ਬਹੁਤ 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 ਇੰਪੋਰਟੈਂਟ ਹੈ, ਕਿਉਂਕਿ ਇਸ ਦੇ ਰਿਲੇਟਡ ਜਿਹੜੀ ਆ ਬਹੁਤ ਸਾਰੇ ਕੁਐਰੀਜ਼ ਬੱਚੇ ਦੀ ਆਉਂਦੀਆਂ ਨੇ ਕਿ ਸਾਨੂੰ ਸਮਝ ਨਹੀਂ ਆਇਆ, ਕਿਵੇਂ ਕਰਨਾ ਹੈ, ਕਿੰਨਾ ਟਾਈਮ ਹੈ, ਕਿ ਇੱਥੋਂ ਜਾ ਕੇ ਕੁਐਸਚਨ ਪੇਪਰ ਡਾਊਨਲੋਡ ਕਰਨਾ ਹੈ, ਪੇਪਰ ਅਟੈਂਪਟ ਕਿਵੇਂ ਕਰਨਾ ਹੈ। ਤਾਂ ਉਹ ਸਾਰਾ ਹੁਣ ਤੁਹਾਨੂੰ ਡਿਟੇਲ ਦੇ ਵਿੱਚ ਮੈਂ ਇੱਥੇ ਦੱਸਣ ਵਾਲੀ ਹਾਂ। ਸੋ ਟਾਈਮ ਸਲੋਟ ਫॉर ਐਗਜ਼ਾਮੀਨੇਸ਼ਨਸ ਕੈਂਡੀਡੇਟ ਆਰ, ਦੇਖੋ ਪਹਿਲਾਂ ਤਾਂ ਮੈਂ ਦੱਸਦਾ ਫੋਰਥ ਪੁਆਇੰਟ ਆ ਰਿਹਾ, ਕੈਂਡੀਡੇਟਸ ਆਰ ਐਡਵਾਈਜ਼ ਟੂ ਚੈੱਕ ਦ ਡੇਟ ਸ਼ੀਟਸ ਐਂਡ ਦ ਕੋਰਸਪੋਂਡਿੰਗ ਟਾਈਮ ਸਲੋਟਸ। ਤਾਂ ਤੁਸੀਂ ਆਪਣੀ ਡੇਟ ਸ਼ੀਟ 'ਤੇ ਜਾਓ, ਚੈੱਕ ਕਰੋ, ਜਿੱਥੇ ਤੁਹਾਡੀ ਡੇਟ ਸ਼ੀਟ ਆਏਗੀ ਨਾਲ ਹੀ ਤੁਹਾਨੂੰ ਉੱਥੇ ਟਾਈਮ ਸਲੋਟ ਵੀ ਦਿੱਤਾ ਹੋਏਗਾ ਕਿ ਤੁਹਾਡਾ ਪਰਟੀਕੂਲਰ ਪੇਪਰ ਉਹ ਕਿੰਨੇ ਟਾਈਮ ਦਾ ਹੈਗਾ। ਦ ਟਾਈਮ ਸਲੋਟ ਫॉर ਦ ਐਗਜ਼ਾਮੀਨੇਸ਼ਨਸ ਆਰ ਫੋਲੋਜ਼। ਦੇਖੋ ਕਿਹੜਾ ਕਿਹੜਾ ਟਾਈਮ ਸਲੋਟ ਉਹਨਾਂ ਨੇ ਰੱਖਿਆ। ਸੁਬਹ ਦਾ ਜਿਹੜਾ ਟਾਈਮ ਰੱਖਿਆ ਹੋਇਆ ਉਹ ਹੈਗਾ 9:30 ਤੋਂ 12:30 ਵਜੇ ਤੱਕ ਦਾ, ਔਰ ਜਿਹੜਾ ਈਵਨਿੰਗ ਦਾ ਹੈਗਾ ਉਹ ਹੈ 1:30 ਤੋਂ 4:30 ਵਜੇ ਤੱਕ ਦਾ। ਤਾਂ ਉਹ ਸੁਬਹ ਵਾਲਾ 9:30 ਤੋਂ 12:30 ਔਰ ਦੁਪਹਿਰ ਵਾਲਾ 1:30 ਤੋਂ 4:30। ਇਹ ਤਾਂ ਹੋ ਗਈ ਟਾਈਮ ਸਲੋਟ ਦੀ ਗੱਲ। ਬਾਕੀ ਤੁਹਾਨੂੰ ਆਪਣੇ ਡੇਟ ਸ਼ੀਟ 'ਤੇ ਜਿਹੜਾ ਟਾਈਮ ਸਲੋਟ ਹੈ ਤੁਹਾਡਾ ਮੋਰਨਿੰਗ 'ਚ ਆ ਰਿਹਾ ਕਿ ਈਵਨਿੰਗ 'ਚ ਆ ਰਿਹਾ, ਉਹ ਤੁਹਾਨੂੰ ਤੁਹਾਡੀ ਡੇਟ ਸ਼ੀਟ 'ਤੇ ਲਿਖਿਆ ਹੋਏਗਾ, ਉੱਥੇ ਜਾ ਕੇ ਚੈੱਕ ਕਰੋ। ਮੋਰਨਿੰਗ ਦਾ ਤਾਂ 9:30 ਤੋਂ 12:30 ਹੋਏਗਾ, ਈਵਨਿੰਗ ਹੈ ਤਾਂ 1:30 ਤੋਂ 4:30 ਵਜੇ ਦਾ ਹੋਏਗਾ। ਇਹ ਤਾਂ ਹੋ ਗਈ ਟਾਈਮ ਸਲੋਟ ਦੀ ਗੱਲ। ਹੁਣ ਆਪਾਂ ਗੱਲ ਕਰਦੇ ਹਾਂ ਕੁਐਸਚਨ ਪੇਪਰ ਦੀ। ਨੈਕਸਟ ਆਪਾਂ ਦੇਖਦੇ ਹਾਂ ਕੁਐਸਚਨ ਪੇਪਰ ਡਾਊਨਲੋਡ। ਦੇਖੋ ਇਹਨਾਂ ਨੇ ਫਸਟ ਇਹ ਜਿਹੜਾ ਪੈਰਾਗ੍ਰਾਫ ਹੈ ਉਹ ਕੀ ਹੈਗਾ, ਦ ਕੁਐਸਚਨ ਪੇਪਰਸ ਵਿਲ ਬੀ ਅਵੇਲੇਬਲ ਬੋਥ ਔਨ UG ਐਗਜ਼ਾਮ PUCHD.ac.in। ਤਾਂ ਇਹ ਜਿਹੜੀ ਇੱਥੇ ਵੈਬਸਾਈਟ ਇਹਨਾਂ ਨੇ ਲਿਖੀ ਹੈਗੀ, ਇਹਨੂੰ ਧਿਆਨ ਨਾਲ ਨੋਟ ਕਰ ਲਓ। ਅਤੇ ਇੱਕ ਵੈਬਸਾਈਟ ਆ ਰਹੀ, ਜਿਹੜੀ ਉੱਪਰਲੀ ਵੈਬਸਾਈਟ ਹੈ ਇਹ ਵਾਲੀ UG ਐਗਜ਼ਾਮ ਵਾਲੀ, ਇਹ ਗ੍ਰੈਜੂਏਸ਼ਨ ਵਾਲੇ ਸਟੂਡੈਂਟਸ ਲਈ ਹੈ, ਅਤੇ ਜਿਹੜੀ PG ਵਾਲੀ ਹੈਗੀ ਹੈ ਇਹ ਜਿਹੜੀ ਹੈਗੀ ਉਹ ਮਾਸਟਰਸ ਦੇ ਲਈ ਹੈਗੀ ਹੈ। ਗ੍ਰੈਜੂਏਸ਼ਨ ਵਾਲੀ ਵੈਬਸਾਈਟ ਇੱਕ ਵਾਰ ਮੈਂ ਤੁਹਾਨੂੰ ਬੋਲ ਦਿੰਦੀ ਹਾਂ, UGEXAM ਦੈਟ ਇਜ਼ ਐਗਜ਼ਾਮਸ UGEXAM.PUCHD.ac.in। ਐਂਡ ਜਿਹੜੀ ਮਾਸਟਰਸ ਵਾਲੀ ਹੈ ਉਹ ਕਿਹੜੀ ਹੈ, PGExam.PUCHD.ac.in। ਅਤੇ 2 ਵੈਬਸਾਈਟਸ ਹੈ, ਇਹਨਾਂ ਨੂੰ ਨੋਟ ਕਰ ਲਓ ਧਿਆਨ ਨਾਲ। ਇੱਥੋਂ ਜਾ ਕੇ ਤੁਸੀਂ ਆਪਣੇ ਕੁਐਸਚਨ ਪੇਪਰ ਜਿਹੜੇ ਆ ਉਹ ਡਾਊਨਲੋਡ ਕਰਨੇ ਨੇ। ਦ ਸਟੂਡੈਂਟਸ ਕੈਨ ਡਾਊਨਲੋਡ ਦ ਕੁਐਸਚਨ ਪੇਪਰਸ ਡਾਇਰੈਕਟਲੀ ਫਰਮ ਦ ਹੋਮ ਪੇਜ ਆਫ ਦ ਵੈਬਸਾਈਟ ਵਿਦਾਊਟ ਲੌਗਿੰਗ ਇਨ। ਤੁਹਾਨੂੰ ਇੱਥੇ ਲੌਗਿਨ ਕਰਨ ਦੀ ਲੋੜ ਨਹੀਂ, ਤੁਸੀਂ ਵੈਬਸਾਈਟ 'ਤੇ ਜਾਓਗੇ ਅਤੇ ਆਪਣਾ ਕੁਐਸਚਨ ਪੇਪਰ ਉੱਥੋਂ ਜਾ ਕੇ ਜਿਹੜਾ ਡਾਊਨਲੋਡ ਕਰ ਲਓਗੇ। ਅਤੇ ਇੱਕ ਉਹਨਾਂ ਨੇ ਇੱਥੇ ਦੂਸਰਾ ਜਿਹੜਾ ਮੇਨ ਪੁਆਇੰਟ ਦਿੱਤਾ ਉਹ ਕੀ ਦਿੱਤਾ ਹੈ ਕਿ all students appearing in these examinations will download the question papers on their own from the website mentioned at point number 5A. The students must ensure that they have downloaded the correct question paper. That means ਉਹਨਾਂ ਨੇ ਕਿਹਾ ਕਿ ਜਿਹੜੀ ਉੱਪਰ 5 ਦੇ ਪੁਆਇੰਟ ਦੇ ਵਿੱਚ, A ਪੁਆਇੰਟ ਦੇ ਵਿੱਚ ਜਿਹੜੀਆਂ 2 ਵੈਬਸਾਈਟਸ ਦਿੱਤੀਆਂ ਨੇ, ਇੱਥੇ ਜਾ ਕੇ ਕੁਐਸਚਨ ਪੇਪਰ ਨੂੰ ਡਾਊਨਲੋਡ ਕਰਨਾ ਤੁਹਾਡੀ ਆਪਣੀ ਰਿਸਪੌਂਸਿਬਿਲਿਟੀ ਹੈ। ਤੁਹਾਨੂੰ ਕਿਤੋਂ ਵੀ ਕੁਐਸਚਨ ਪੇਪਰ ਪ੍ਰੋਵਾਈਡ ਨਹੀਂ ਕਰਵਾਇਆ ਜਾਏਗਾ। ਕੁਐਸਚਨ ਪੇਪਰ ਤੁਹਾਨੂੰ ਆਪ ਇਹਨਾਂ ਵੈਬਸਾਈਟ 'ਤੇ ਜਾ ਕੇ ਡਾਊਨਲੋਡ ਕਰਨਾ, ਪਲੱਸ ਤੁਹਾਨੂੰ ਬਿਲਕੁਲ ਸਹੀ ਕੁਐਸਚਨ ਪੇਪਰ ਡਾਊਨਲੋਡ ਕਰਨਾ, ਇਹਦੀ ਰਿਸਪੌਂਸਿਬਿਲਿਟੀ ਵੀ ਤੁਹਾਡੀ ਆਪਣੀ ਹੋਏਗੀ। ਇਹ ਤਾਂ ਉਹ ਪਤਾ ਲੱਗ ਗਿਆ ਕਿ ਕੁਐਸਚਨ ਪੇਪਰ ਡਾਊਨਲੋਡ ਕਿੱਥੋਂ ਕਰਨਾ, ਅਤੇ ਪਲੱਸ ਆਪਾਂ ਟਾਈਮ ਸਲੋਟ ਦੀ ਜਿਹੜੀ ਗੱਲ ਇੱਥੇ ਕਰ ਚੁੱਕੇ ਹਾਂ। ਇਹਨਾਂ ਦੋਨਾਂ ਜਿਹੜੀ ਵੈਬਸਾਈਟਸ ਇਹਨਾਂ ਨੂੰ ਧਿਆਨ ਨਾਲ ਨੋਟ ਕਰ ਲਓ। ਤੀਸਰਾ ਇਹਨਾਂ ਨੇ ਇੱਥੇ ਫਿਰ ਤੋਂ ਦਿੱਤਾ ਹੈ ਕਿ ਦ ਕੁਐਸਚਨ ਪੇਪਰ ਵਿਲ ਬੀ ਅਵੇਲੇਬਲ ਫॉर ਦ ਡਿਫਰੈਂਟ ਟਾਈਮ ਸਲੋਟਸ ਇਨ ਦ ਫੋਲੋਇੰਗ ਮੈਨਰ। ਹੁਣ ਜਿਹੜਾ ਤੁਹਾਡਾ ਪੇਪਰ ਹੈ, ਅਗਰ ਮੋਰਨਿੰਗ ਵਾਲਿਆਂ ਦਾ ਪੇਪਰ ਹੈਗਾ, ਯਾਨੀ ਕਿ 9:30 ਤੋਂ 12:30 ਵਾਲੀ ਸ਼ਿਫਟ ਦਾ ਅਗਰ ਤੁਹਾਡਾ ਪੇਪਰ ਹੈਗਾ, ਤਾਂ ਉਹ ਪੇਪਰ ਜਿਹੜਾ ਤੁਸੀਂ ਡਾਊਨਲੋਡ ਕਿੰਨੇ ਵਜੇ ਕਰ ਸਕਦੇ ਹੋ, 9:10 'ਤੇ ਤੁਹਾਡਾ ਜਿਹੜਾ ਕੁਐਸਚਨ ਪੇਪਰ ਹੈ ਉੱਥੇ ਪਾ ਦਿੱਤਾ ਜਾਊਗਾ, 9:10 'ਤੇ। ਅਤੇ ਜਿਹੜਾ ਉਹ ਕੁਐਸਚਨ ਪੇਪਰ ਹੈ 12:30 ਵਜੇ ਤੱਕ ਰਹੇਗਾ, ਲੇਕਿਨ ਉਸ ਤੋਂ ਬਾਅਦ ਉਹ ਲਿੰਕ ਜਿਹੜਾ ਹੈਗਾ ਉੱਥੋਂ ਡੀਐਕਟੀਵੇਟ ਕਰ ਦਿੱਤਾ ਜਾਏਗਾ। ਦੈਟ ਮੀਨਸ 12:30 ਵਜੇ ਤੋਂ ਬਾਅਦ ਤੁਸੀਂ ਉੱਥੋਂ ਕੁਐਸਚਨ ਪੇਪਰ ਡਾਊਨਲੋਡ ਨਹੀਂ ਕਰ ਸਕਦੇ। ਫਿਰ ਜਿਨ੍ਹਾਂ ਦਾ ਜਿਹੜਾ ਟਾਈਮ ਸਲੋਟ ਹੈ ਉਹ 1:30 ਤੋਂ 4:30 ਵਜੇ ਦਾ, ਯਾਨੀ ਕਿ ਈਵਨਿੰਗ ਵਾਲਾ ਜਿਹੜਾ ਹੈਗਾ, ਉਹਨਾਂ ਦਾ ਜਿਹੜਾ ਪੇਪਰ ਹੈ 1:10 'ਤੇ ਜਿਹੜਾ ਉੱਥੇ ਕੁਐਸਚਨ ਪੇਪਰ ਪਾ ਦਿੱਤਾ ਜਾਊਗਾ, ਅਤੇ 4:30 ਵਜੇ ਤੱਕ ਉਹ ਕੁਐਸਚਨ ਪੇਪਰ ਉੱਥੇ ਰਹੇਗਾ। 4:30 ਵਜੇ ਤੋਂ ਉੱਥੇ ਜਿਹੜਾ ਕੁਐਸਚਨ ਪੇਪਰ ਹੈ ਉਹ ਚੱਕ ਦਿੱਤਾ ਜਾਊਗਾ। ਅਤੇ 3 ਪੁਆਇੰਟ ਸੀਗੇ ਕੁਐਸਚਨ ਪੇਪਰ ਦੇ ਰਿਲੇਟਡ। ਤੋ ਆਈ ਹੋਪ ਇਹ ਜਿੰਨੇ ਕੁ ਪੁਆਇੰਟ ਆਪਾਂ ਹਾਲੇ ਕਲੀਅਰ ਕੀਤੇ ਆ ਉਹ ਤੁਹਾਨੂੰ ਚੰਗੀ ਤਰ੍ਹਾਂ ਕਲੀਅਰ ਹੋ ਗਏ ਹੋਣਗੇ। ਅਗਰ ਫਿਰ ਵੀ ਤੁਹਾਡਾ ਕੋਈ ਡਾਊਟ ਹੈ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ। ਨੈਕਸਟ ਆਪਣੇ ਪਾਸ ਆਉਂਦਾ 6th ਪੁਆਇੰਟ, ਦੈਟ ਇਜ਼ ਅਟੈਂਪਟਿੰਗ ਦਾ ਕੁਐਸਚਨ ਪੇਪਰ। ਵੈਰੀ ਵੈਰੀ ਇੰਪੋਰਟੈਂਟ ਪੁਆਇੰਟ, ਕਿਉਂਕਿ ਬੱਚਿਆਂ ਨੂੰ ਨਹੀਂ ਪਤਾ ਚੱਲ ਰਿਹਾ ਕਿ ਕੁਐਸਚਨ ਪੇਪਰ ਕਿਵੇਂ ਅਟੈਂਪਟ ਕਰਨਾ ਹੈ। ਦੇਖੋ ਹੁਣ ਤੱਕ ਜਿੰਨੇ ਵੀ ਨੋਟੀਫਿਕੇਸ਼ਨਸ ਆਈਆਂ, ਚਾਹੇ ਕਿਸੇ ਵੀ ਯੂਨੀਵਰਸਿਟੀ ਦੇ ਰਿਲੇਟਡ ਹੈ, ਇਸ ਯੂਨੀਵਰਸਿਟੀ ਦੇ ਰਿਲੇਟਡ ਹੈ, ਇਸ ਚੈਨਲ 'ਤੇ ਵੀ ਪਿੱਛੇ ਜਿੰਨੇ ਵੀ ਵੀਡੀਓਜ਼ ਪਈਆਂ ਹੋਣਗੀਆਂ, ਹੁਣ ਤੱਕ ਕੀ ਕਹਿੰਦੇ ਸੀਗੇ ਸਾਰੇ ਕਿ 50% ਜਿਹੜਾ ਹੈਗਾ ਉਹ ਕੁਐਸਚਨ ਪੇਪਰ ਸੋਲਵ ਕਰਨਾ, ਤੁਹਾਨੂੰ 50% ਆਫ ਨੰਬਰ ਆਫ ਕੁਐਸਚਨ ਸੋਲਵ ਕਰਨਾ ਹੈ। ਬਟ ਹੁਣ ਉਹ ਸਾਰੀਆਂ ਚੀਜ਼ਾਂ ਨੂੰ ਤੁਸੀਂ ਇਗਨੋਰ ਕਰ ਦਿਓ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਲਈ ਨਵੀਆਂ ਇੰਸਟਰਕਸ਼ਨਸ ਆਈਆਂ ਨੇ। ਦੈਟ ਮੀਨਸ ਤੁਹਾਨੂੰ ਪਿਛਲੀਆਂ ਕਿਸੇ ਵੀ ਇੰਸਟਰਕਸ਼ਨਸ ਨੂੰ ਹੁਣ ਨਹੀਂ ਦੇਖਣਾ ਪੇਪਰ ਅਟੈਂਪਟ ਕਰਨ ਦੇ ਰਿਲੇਟਡ। ਜਿਹੜੀਆਂ ਇੰਸਟਰਕਸ਼ਨਸ ਤੁਹਾਨੂੰ ਫੋਲੋ ਕਰਨੀਆਂ ਨੇ ਉਹ ਤੁਹਾਨੂੰ ਤੁਹਾਡੇ ਪਰਟੀਕੂਲਰ ਕੁਐਸਚਨ ਪੇਪਰ ਦੇ ਉੱਤੇ ਦਿੱਤੀਆਂ ਹੋਣਗੀਆਂ। ਦੈਟ ਮੀਨਸ ਦੇਖੋ ਇੱਥੇ ਇਹ ਪੁਆਇੰਟ ਲਿਖਿਆ ਹੋਇਆ
ਇਹ ਰਿਹਾ A point. The instructions given in the question paper should be followed. No separate instructions will be given. ਤੁਹਾਨੂੰ ਕੋਈ separate instruction ਜਿਹੜੀਆਂ ਨਹੀਂ ਮਿਲੇਗੀ, ਨਹੀਂ ਦਿੱਤੀ ਜਾ ਰਹੀ ਇਸ ਕੁਐਸਚਨ ਪੇਪਰ ਨੂੰ, ਇਸ ਆਨਲਾਈਨ ਮੈਥਡ ਦੇ ਥਰੂ ਆਪਣੇ ਪੇਪਰ ਨੂੰ ਸੋਲਵ ਕਰਨ ਲਈ ਤੁਹਾਨੂੰ ਜੋ ਵੀ ਇੰਸਟਰਕਸ਼ਨਸ ਹੈ, ਲਾਈਕ ਕਿਹੜਾ ਕੁਐਸਚਨ ਸੋਲਵ ਕਰਨਾ ਹੈ, ਕਿੰਨੇ ਕੁਐਸਚਨ ਸੋਲਵ ਕਰਨੇ ਆ, ਜਿਹੜੀ ਇੰਟਰਨਲ ਚੋਇਸ ਹੋਏਗੀ ਉਹ ਸਾਰਾ ਕੁਐਸਚਨ ਪੇਪਰ ਦੇ ਉੱਤੇ ਹੋਏਗਾ। ਕਿੰਨਾ ਟਾਈਮ ਉਸ ਕੁਐਸਚਨ ਪੇਪਰ ਨੂੰ ਸੋਲਵ ਕਰਨ ਲਈ ਮਿਲੇਗਾ ਉਹ ਚੀਜ਼ ਵੀ ਉਸ ਕੁਐਸਚਨ ਪੇਪਰ ਦੇ ਉੱਤੇ ਹੋਏਗਾ। ਕਿੰਨੇ ਨੰਬਰ ਦਾ ਕੁਐਸਚਨ ਪੇਪਰ ਹੈ, ਹਰ ਇੱਕ ਚੀਜ਼ ਉਸ ਕੁਐਸਚਨ ਪੇਪਰ ਦੇ ਉੱਤੇ ਹੋਏਗੀ। ਜਿਵੇਂ ਅੱਜ ਤੱਕ ਆਪਾਂ ਨੂੰ ਕੁਐਸਚਨ ਪੇਪਰ ਮਿਲਦਾ ਸੀ, ਸਾਰੇ ਕੁਐਸਚਨ ਆਪਾਂ ਜਿਹੜੇ ਕੁਐਸਚਨ ਪੇਪਰ ਦੀ ਇੰਸਟਰਕਸ਼ਨਸ ਹੁੰਦੀਆਂ ਸੀ ਉਸ ਦੇ ਅਕੋਰਡਿੰਗ ਹੀ ਹੱਲ ਕਰਦੇ ਸੀ। ਇਸ ਵਾਰ ਵੀ ਉੱਦਾਂ ਹੀ ਕਰਨਾ ਹੈ। ਕੁਐਸਚਨ ਪੇਪਰ ਦੇ ਉੱਤੇ ਜੋ ਵੀ ਇੰਸਟਰਕਸ਼ਨਸ ਹੈ, ਲਾਈਕ ਕੋਈ ਇੰਟਰਨਲ ਚੋਇਸ ਦੇ ਰਿਲੇਟਡ ਇੰਸਟਰਕਸ਼ਨ ਹੈ, ਕੋਈ ਸੈਕਸ਼ਨ ਦੇ ਰਿਲੇਟਡ ਇੰਸਟਰਕਸ਼ਨ ਹੈ, ਪੇਪਰ ਦੇ ਉੱਤੇ ਕੁਐਸਚਨ ਪੇਪਰ ਦੇ ਉੱਤੇ, ਤਾਂ ਉੱਦਾਂ ਹੀ ਉਸਨੂੰ ਫੋਲੋ ਕਰਨਾ ਹੈਗਾ। ਇਸ ਤੋਂ ਇਲਾਵਾ ਜਿਹੜੀਆਂ ਹੁਣ ਤੱਕ ਇੰਸਟਰਕਸ਼ਨਸ ਆਪਾਂ ਸੁਣਦੇ ਆਏ ਸੀਗੇ ਉਹ ਸਾਰੀਆਂ ਇੰਸਟਰਕਸ਼ਨਸ ਜਿਹੜੀਆਂ ਹੁਣ ਖਤਮ ਕਰ ਦਿੱਤੀਆਂ ਗਈਆਂ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਾਲਿਆਂ ਨੇ ਜਿਹੜੇ ਹੁਣ ਪੇਪਰ ਹੋਣਗੇ ਉਹ ਉਹੀ ਇੰਸਟਰਕਸ਼ਨਸ ਫੋਲੋ ਕਰਨੀਆਂ ਨੇ ਜਿਹੜੇ ਕੁਐਸਚਨ ਪੇਪਰ ਦੇ ਉੱਤੇ ਲਿਖੀਆਂ ਹੋਣਗੀਆਂ। ਦੈਟ ਮੀਨਸ ਤੁਹਾਨੂੰ ਕੁਐਸਚਨ ਪੇਪਰ ਬਿਲਕੁਲ ਅਪਡੇਟ ਮਿਲੇਗਾ। ਉਸ ਕੁਐਸਚਨ ਪੇਪਰ ਦੇ ਅਕੋਰਡਿੰਗ ਹੀ ਸਾਰਾ ਪੇਪਰ ਜਿਹੜਾ ਉਹ ਹੱਲ ਕਰਨਾ ਹੈ। ਆਈ ਹੋਪ ਤੁਹਾਨੂੰ ਇਹ ਪੁਆਇੰਟ ਕਲੀਅਰ ਹੋਏਗਾ। ਬਹੁਤ ਹੀ ਇੰਪੋਰਟੈਂਟ ਪੁਆਇੰਟ ਹੈ। ਸਭ ਨੂੰ ਇਸ ਪੁਆਇੰਟ ਬਾਰੇ ਪਲੀਜ਼ ਆਪਣੇ ਨਾਲਦਿਆਂ ਨੂੰ ਦੱਸੋ ਤਾਂ ਕਿ ਕਿਸੇ ਵੀ ਬੱਚੇ ਦਾ ਇਸ ਪੁਆਇੰਟ ਕਰਕੇ ਜਿਹੜਾ ਪੇਪਰ ਹੈ ਉਹ ਗਲਤ ਨਾ ਹੋ ਜਾਵੇ। ਦੂਸਰਾ B ਪੁਆਇੰਟ ਆਪਾਂ ਪੜ੍ਹ ਲੈਣਾ ਕਿ ਡਿਊਰੇਸ਼ਨ ਆਫ ਪੇਪਰ ਇਜ਼ ਟੂ ਬੀ ਕੰਸੀਡਰਡ ਐਜ਼ ਰਿਟਨ ਔਨ ਦਾ ਕੁਐਸਚਨ ਪੇਪਰ, ਯਾਨੀ ਕਿ ਉਸ ਪੇਪਰ ਨੂੰ ਕਰਨ ਲਈ ਤੁਹਾਡੇ ਪਾਸ ਕਿੰਨਾ ਟਾਈਮ ਜਿਹੜਾ ਹੈਗਾ ਉਹ ਤੁਹਾਨੂੰ ਮਿਲੇਗਾ ਉਹ ਤੁਹਾਡੇ ਕੁਐਸਚਨ ਪੇਪਰ ਦੇ ਉੱਤੇ ਹੀ ਲਿਖਿਆ ਹੋਇਆ ਰਹੇਗਾ। ਦੇਖੋ ਇਹ ਪੁਆਇੰਟ ਆਪਾਂ ਕਰ ਚੁੱਕੇ ਹਾਂ, ਜਿਸ ਵਿੱਚ ਲਿਖਿਆ ਹੋਇਆ ਕਿ ਇੰਸਟਰਕਸ਼ਨਸ ਜਿਹੜੀਆਂ ਹੈਗੀਆਂ ਨੇ ਤੁਹਾਨੂੰ ਕੁਐਸਚਨ ਪੇਪਰ ਦੇ ਉੱਪਰ ਮਿਲਣਗੀਆਂ, ਪਲੱਸ ਨਾਲ ਹੀ ਡਿਊਰੇਸ਼ਨ ਵੀ ਤੁਹਾਨੂੰ ਕੁਐਸਚਨ ਪੇਪਰ ਦੇ ਉੱਪਰ ਮਿਲੇਗਾ। C ਪੁਆਇੰਟ ਆਪਾਂ ਨੂੰ ਕਹਿੰਦਾ ਹੈ ਕਿ ਨੰਬਰ ਆਫ ਕੁਐਸਚਨਸ ਟੂ ਬੀ ਅਟੈਂਪਟਡ ਸ਼ੁੱਡ ਸਟ੍ਰਿਕਟਲੀ ਬੀ ਅਕੋਰਡਿੰਗ ਟੂ ਦਾ ਇੰਸਟਰਕਸ਼ਨਸ ਗਿਵਨ ਇਨ ਦਾ ਕੁਐਸਚਨ ਪੇਪਰ ਇਟਸੈਲਫ। ਤੇ ਕਿੰਨੇ ਨੰਬਰ ਆਫ ਕੁਐਸਚਨਸ ਤੁਹਾਨੂੰ ਅਟੈਂਪਟ ਕਰਨੇ ਆ ਉਹਦੀ ਇੰਸਟਰਕਸ਼ਨ ਵੀ ਤੁਹਾਨੂੰ ਤੁਹਾਡੇ ਕੁਐਸਚਨ ਪੇਪਰ ਦੇ ਉੱਪਰ ਹੀ ਮਿਲੇਗੀ। ਤੁਹਾਨੂੰ ਹੋਰ ਕੋਈ ਇੰਸਟਰਕਸ਼ਨਸ ਫੋਲੋ ਨਹੀਂ ਕਰਨੀਆਂ। ਤੋ ਆਈ ਹੋਪ ਤੁਹਾਨੂੰ ਪੇਪਰ ਕਿਵੇਂ ਅਟੈਂਪਟ ਕਰਨਾ ਤੁਹਾਨੂੰ ਇਹਦੀ ਵੀ ਜਿਹੜੀ ਕਲੈਰੀਫਿਕੇਸ਼ਨ ਆ ਉਹ ਹੋ ਗਈ ਹੋਣੀ ਆ। ਨੈਕਸਟ ਆਪਣੇ ਪਾਸ 7th ਪੁਆਇੰਟ ਆ ਜਾਂਦਾ ਹੈਗਾ A4 ਸਾਈਜ਼ ਸ਼ੀਟਸ। ਬਿਲਕੁਲ ਹੁਣ ਜਿਹੜੀ ਸ਼ੀਟਸ ਹੈ A4 ਸਾਈਜ਼ ਦੀਆਂ ਲੈਣੀਆਂ ਆਪਾਂ, ਲੇਕਿਨ ਕਿੰਨੇ ਸ਼ੀਟਸ ਲੈਣੀਆਂ ਉਹਦੇ ਰਿਲੇਟਡ ਜਿਹੜੀ ਇੱਥੇ ਇੰਸਟਰਕਸ਼ਨ ਦਿੱਤੀ ਗਈ ਹੈ। ਪਹਿਲਾ ਪੁਆਇੰਟ ਆਪਾਂ ਨੂੰ ਕਹਿੰਦਾ ਹੈ ਕਿ ਅੰਡਰ ਗ੍ਰੈਜੂਏਟ ਜਿਹੜੇ ਸਟੂਡੈਂਟਸ ਹੈਗੇ ਆ ਉਹਨਾਂ ਨੇ 36 A4 ਸ਼ੀਟਸ ਲੈਣੀਆਂ ਨੇ, ਐਂਡ ਪੋਸਟ ਗ੍ਰੈਜੂਏਟ ਸਟੂਡੈਂਟਸ ਜਿਹੜੇ ਯੂਜ਼ ਕਰਨਗੇ 40 A4 ਸਾਈਜ਼ ਸ਼ੀਟਸ। ਜਿਹੜੇ ਗ੍ਰੈਜੂਏਸ਼ਨ ਵਾਲੇ ਬੱਚੇ ਆ ਉਹਨਾਂ ਨੇ 36 ਲੈਣੀਆਂ ਨੇ, ਤੇ ਜਿਹੜੇ ਪੋਸਟ ਗ੍ਰੈਜੂਏਸ਼ਨ ਵਾਲੇ ਉਹਨਾਂ ਨੇ 40 ਲੈਣੀਆਂ ਨੇ। ਓਨਲੀ ਵਨ ਸਾਈਡ ਆਫ ਦ ਸ਼ੀਟਸ ਸ਼ੁੱਡ ਬੀ ਯੂਜ਼ਡ ਫॉर ਰਾਈਟਿੰਗ ਆਂਸਰਸ। ਤਾਂ ਆਂਸਰ ਜਿਹੜੇ ਆ ਸ਼ੀਟ ਦੀ ਇੱਕ ਸਾਈਡ 'ਤੇ ਲਿਖਣਾ, ਦੂਸਰੀ ਸਾਈਡ ਜਿਹੜੇ ਤੁਸੀਂ ਉਹ ਬਲੈਂਕ ਛੱਡੋਗੇ। B ਪੁਆਇੰਟ ਆਪਾਂ ਨੂੰ ਇੱਥੇ ਕਹਿੰਦਾ ਦ ਕੈਂਡੀਡੇਟਸ ਆਰ ਰਿਕੁਆਇਰਡ ਟੂ ਰਾਈਟ ਦਾ ਫੋਲੋਇੰਗ ਡਿਟੇਲਸ ਔਨ ਦਾ ਫਸਟ ਪੇਜ ਆਫ ਦੇਅਰ ਆਂਸਰ ਸ਼ੀਟ। ਦੇਖੋ ਅੱਗੇ ਉਹਨਾਂ ਨੇ ਪੂਰਾ ਪਰਫੋਰਮਾ ਆਪਾਂ ਨੂੰ ਇੱਥੇ ਦਿੱਤਾ ਹੋਏਗਾ, ਕਿਸ ਪਰਫੋਰਮੇ ਦੇ ਅਕੋਰਡਿੰਗ ਜਿਹੜਾ ਤੁਹਾਨੂੰ ਸਾਰਾ ਆਪਣੇ ਸ਼ੀਟ ਦੇ ਪਹਿਲੇ ਪੇਜ 'ਤੇ ਸਾਰਾ ਕੁਝ ਇਸ ਤਰੀਕੇ ਨਾਲ ਜਿਹੜਾ ਹਰ ਇੱਕ ਚੀਜ਼ ਇੱਥੇ ਮੈਂਸ਼ਨ ਕਰਨੀ ਆ। ਯੂਨੀਵਰਸਿਟੀ ਦਾ ਰੋਲ ਨੰਬਰ ਇਨ ਫਿਗਰਸ, ਇਨ ਵਰਡਸ, ਨੇਮ ਆਫ ਦਾ ਸਟੂਡੈਂਟ, ਸਮੈਸਟਰ ਕਿਹੜਾ ਹੈਗਾ ਤੁਹਾਡਾ, ਸਬਜੈਕਟ ਕੋਡ ਆਫ ਦਾ ਪੇਪਰ, ਸਿਗਨੇਚਰ ਇੱਥੇ ਤੁਹਾਨੂੰ ਆਪਣੀ ਕਰਨੀ ਹੈ, ਡੇਟ ਆਫ ਦਾ ਐਗਜ਼ਾਮ, ਕਲਾਸ, ਦੈਨ ਨੇਮ ਆਫ ਪੇਪਰ, ਟੋਟਲ ਨੰਬਰ ਆਫ ਪੇਜਿਸ ਰਿਟਨ। ਤਾਂ ਇਹ ਜਿਹੜਾ ਡਾਟਾ ਹੈਗਾ ਤੁਸੀਂ ਐਜ਼ ਇਟ ਇਜ਼ ਇੱਦਾਂ ਹੀ ਜਿਹੜਾ ਸਾਰਾ ਉੱਥੇ ਬਣਾਉਣਾ ਹੈ। ਨੰਬਰ ਦਾ ਧਿਆਨ ਰੱਖਿਓ, ਪਹਿਲਾ ਨੰਬਰ ਤੁਹਾਡਾ ਯੂਨੀਵਰਸਿਟੀ ਰੋਲ ਨੰਬਰ ਦਾ ਹੈਗਾ, ਦੂਜਾ ਨੰਬਰ ਤੁਹਾਡਾ ਨੇਮ ਆਫ ਦਾ ਸਟੂਡੈਂਟ ਦਾ ਬਣੇਗਾ, ਤੇ ਤੀਸਰਾ ਨੰਬਰ ਤੁਹਾਡਾ ਕਲਾਸ ਦਾ ਬਣੇਗਾ ਜੋ ਇਸ ਸਾਈਡ 'ਤੇ ਦਿੱਤਾ ਹੋਇਆ ਕਲਾਸ ਰਾਈਟ ਹੈਂਡ ਸਾਈਡ 'ਤੇ। ਸਿੱਧਾ ਜਿਹੜਾ ਥਰਡ ਨੰਬਰ ਹੈ ਉਹਨੂੰ ਸਮੈਸਟਰ ਦਾ ਨਾ ਬਣਾ ਦਿਓ, ਕਲਾਸ ਦਾ ਬਣੇਗਾ। ਫੋਰਥ ਪੁਆਇੰਟ ਸਮੈਸਟਰ ਦਾ ਬਣੇਗਾ। ਫਿਫਥ ਪੁਆਇੰਟ ਜਿਹੜਾ ਤੁਹਾਡਾ ਨੇਮ ਆਫ ਦਾ ਪੇਪਰ ਦਾ ਬਣੇਗਾ। ਅਤੇ ਨੰਬਰਿੰਗ ਵੀ ਤੁਸੀਂ ਐਜ਼ ਇਟ ਇਜ਼ ਰੱਖਣੀ ਹੈ ਜਿਹੜੀ ਯੂਨੀਵਰਸਿਟੀ ਵਾਲਿਆਂ ਨੇ ਦਿੱਤੀ ਹੈ। ਨੈਕਸਟ ਆਪਣੇ ਪਾਸ ਪੁਆਇੰਟ ਆ ਜਾਂਦੇ ਆ ਪੁਆਇੰਟ ਨੰਬਰ 8 ਦ ਕੈਂਡੀਡੇਟ ਮਸਟ ਅਟੈਂਪਟ ਦਾ ਪੇਪਰ ਵਿਦ ਬਲੂ ਬੋਲ ਪੁਆਇੰਟ ਪੈਨ। ਤਾਂ ਇਹ ਤਾਂ ਸਿੰਪਲ ਹੀ ਇੰਸਟਰਕਸ਼ਨ ਹੈ ਕਿ ਤੁਹਾਨੂੰ ਬਲੂ ਬੋਲ ਪੁਆਇੰਟ ਵਾਲਾ ਪੈਨ ਹੀ ਜਿਹੜਾ ਯੂਜ਼ ਕਰਨਾ। ਉਸ ਤੋਂ ਬਾਅਦ 9th ਆਪਣਾ ਪੁਆਇੰਟ ਆ ਜਾਂਦਾ ਹੈ ਐਗਜ਼ਾਮੀਨੇਸ਼ਨਸ ਫॉर ਇਨਵਾਇਰਮੈਂਟ ਐਂਡ ਰੋਡ ਸੇਫਟੀ ਐਜੂਕੇਸ਼ਨ ਐਂਡ ਵਾਇਲੈਂਸ ਐਂਡ ਵੂਮਨ ਐਂਡ ਚਿਲਡਰਨ। ਅਤੇ ਇਸ ਦੇ ਰਿਲੇਟਡ ਆਪਾਂ ਨੂੰ ਕੀ ਇੰਸਟਰਕਸ਼ਨ ਦਿੱਤੀਆਂ ਨੇ ਕਿ ਦਿਸ ਐਗਜ਼ਾਮੀਨੇਸ਼ਨ ਇਜ਼ ਟੂ ਬੀ ਕੰਡਕਟਡ ਓਨਲੀ ਫॉर ਸੈਕਿੰਡ ਸਮੈਸਟਰ ਐਂਡ ਫੋਰਥ ਸਮੈਸਟਰ ਸਟੂਡੈਂਟਸ ਆਫ UG ਕੋਰਸਿਸ, ਯਾਨੀ ਕਿ ਸਮੈਸਟਰ ਸਿਸਟਮ ਜਿਨ੍ਹਾਂ ਦਾ ਮਈ 2020 ਦੇ ਅਕੋਰਡਿੰਗ ਹੈਗਾ। ਸਟੂਡੈਂਟਸ ਹੂ ਕੁਡ ਨਾਟ ਅਪੀਅਰ ਇਨ ਦਿਸ ਪੇਪਰ ਔਨ 30th ਮਾਰਚ 2020 ਡਿਊ ਟੂ ਨੇਸ਼ਨ ਵਾਈਡ ਲੋਕਡਾਊਨ। ਤਾਂ ਜਿਹੜੇ ਕਿਉਂਕਿ ਮਈ ਦੇ ਵਿੱਚ ਜਿਹੜੇ ਮਾਰਚ ਦੇ ਵਿੱਚ ਪਹਿਲਾਂ ਪੇਪਰ ਹੋਏ ਸੀਗੇ ਉਹਨਾਂ ਦੇ ਵਿੱਚ ਅਟੈਂਪਟ ਨਹੀਂ ਕਰ ਪਾਏ ਸੀ ਉਹ ਸੈਕਿੰਡ ਸਮੈਸਟਰ ਅਤੇ ਫੋਰਥ ਸਮੈਸਟਰ ਵਾਲੇ ਸਟੂਡੈਂਟਸ, ਉਹਨਾਂ ਲਈ ਇਹ ਪੇਪਰ ਜਿਹੜਾ ਦੁਬਾਰਾ ਉਹਨਾਂ ਨੂੰ ਕਰਵਾਇਆ ਜਾ ਰਿਹਾ ਹੈਗਾ। who could not clear their degree as they are yet to qualify this paper. Students are advised to check the date of examination of this paper, referring to the date sheet of the course concerned. The paper for environment and road safety education and violence against women and children will be held online through Google Forms. तो इन्हों का जो पेपर है ऑनलाइन मैथड नाल जो Google Form के अकॉर्डिंग लिता जाएगा। This paper will be conducted in 2 sessions. 2 sessions ਦੇ ਵਿੱਚ ਜਿਹੜਾ ਇਹਨਾਂ ਦਾ ਪੇਪਰ ਹੋਏਗਾ। Candidates are advised to check the date sheet for timing of the paper. ਤਾਂ ਤੁਸੀਂ ਆਪਣੀ ਡੇਟ ਸ਼ੀਟ ਨੂੰ ਚੈੱਕ ਕਰਦੇ ਰਹੋ ਕਿ ਕਿਸ ਟਾਈਮਿੰਗ 'ਤੇ ਤੁਹਾਡਾ ਜਿਹੜਾ ਇਹ ਪੇਪਰ ਹੈ ਉਹ ਲਿਆ ਜਾਏਗਾ। ਗੂਗਲ ਫਾਰਮ ਦੇ ਮੈਥਡ ਨਾਲ ਲਿਆ ਜਾਏਗਾ। ਦੇਅਰ ਵਿਲ ਬੀ 100 ਕੁਐਸਚਨਸ। ਦੇਖੋ ਤੁਹਾਡੇ ਇੱਥੇ ਕੁਐਸਚਨ ਕਿੰਨੇ ਹੋਣਗੇ, 100 ਕੁਐਸਚਨਸ ਹੋਣਗੇ। ਇਹ ਸਾਰੀ ਗੱਲ ਜਿਹੜੀ ਦੇਖੋ ਇਸ ਪੇਪਰ ਲਈ ਚੱਲ ਰਹੀ ਹੈਗੀ, ਜਿਹੜਾ ਆਪਣਾ ਪੇਪਰ ਹੈਗਾ ਐਗਜ਼ਾਮੀਨੇਸ਼ਨ ਫॉर ਇਨਵਾਇਰਮੈਂਟ ਐਂਡ ਰੋਡ ਸੇਫਟੀ ਐਜੂਕੇਸ਼ਨ ਐਂਡ ਵਾਇਲੈਂਸ ਐਂਡ ਵੂਮਨ ਐਂਡ ਚਿਲਡਰਨ।
ਤਾਂ ਤੁਹਾਨੂੰ ਟੋਟਲ ਇਹਦੇ ਵਿੱਚ 100 ਕੁਐਸਚਨ ਆਉਣਗੇ ਐਂਡ ਦ ਕੈਂਡੀਡੇਟਸ ਵਿਲ ਬੀ ਰਿਕੁਆਇਰਡ ਟੂ ਅਟੈਂਪਟ ਆਲ ਦ ਕੁਐਸਚਨਸ ਇਨ 1.5 ਆਰ, ਯਾਨੀ ਕਿ 90 ਮਿੰਟ ਟੋਟਲ ਤੁਹਾਨੂੰ ਇੱਥੇ ਦਿੱਤੇ ਜਾਣਗੇ ਜਿਹਦੇ ਵਿੱਚ ਤੁਹਾਨੂੰ 100 ਕੁਐਸਚਨ ਨੂੰ ਅਟੈਂਪਟ ਕਰਨਾ ਹੈ। This paper can be attempted only through Google Forms. This link for attempting the question paper will be made available on the day of examination at PU website. ਦੇਖੋ ਇਹਨਾਂ ਨੇ ਇੱਥੇ ਲਿੰਕ ਦਿੱਤਾ ਹੈਗਾ ਇੱਥੇ ugexam.pucsd.ac.in, ਇਸ ਸਾਈਟ ਤੇ ਜਾ ਕੇ ਤੁਸੀਂ ਇਸ ਵੈਬਸਾਈਟ ਤੇ ਜਾ ਕੇ ਆਪਣਾ ਗੂਗਲ ਫਾਰਮ ਤੇ ਜਿਹੜਾ ਤੁਹਾਡਾ ਪੇਪਰ ਹੋਏਗਾ ਉਹਦਾ ਜਿਹੜਾ ਕੁਐਸਚਨ ਪੇਪਰ ਹੈ ਤੁਹਾਨੂੰ ਇਸ ਸਾਈਟ ਤੇ ਅਵੇਲੇਬਲ ਕਰਵਾ ਦਿੱਤਾ ਜਾਏਗਾ ਜਿਸ ਦਿਨ ਪੇਪਰ ਹੋਏਗਾ। ਅ ਸਟੂਡੈਂਟ ਕੈਨ ਅਸੈਸ ਦਿਸ ਪੇਪਰ ਬਾਈ ਸਾਈਨਿੰਗ ਇਨਟੂ ਦਾ ਜੀਮੇਲ ਅਕਾਊਂਟ, ਤਾਂ ਤੁਸੀਂ ਆਪਣਾ ਬਸ ਜੀਮੇਲ ਅਕਾਊਂਟ ਤੇ ਸਾਈਨ ਇਨ ਕਰਨਾ ਹੈ ਤੇ ਤੁਹਾਨੂੰ ਆਪਣਾ ਕੁਐਸਚਨ ਪੇਪਰ ਮਿਲ ਜਾਏਗਾ। ਦੋਜ਼ ਸਟੂਡੈਂਟਸ ਹੂ ਡੋਂਟ ਹੈਵ ਜੀਮੇਲ ਅਕਾਊਂਟ, ਤਾਂ ਜਿਨ੍ਹਾਂ ਕੋਲ ਜੀਮੇਲ ਅਕਾਊਂਟ ਨਹੀਂ ਹੈ ਉਹ ਕੀ ਕਰ ਸਕਦੇ ਹਨ, ਤਾਂ ਸਟੂਡੈਂਟਸ ਹੂ ਡੋਂਟ ਹੈਵ ਜੀਮੇਲ ਅਕਾਊਂਟ ਕੈਨ ਡਾਊਨਲੋਡ ਦੇਅਰ ਕੁਐਸਚਨ ਪੇਪਰ ਐਂਡ A4 ਸਾਈਜ਼ ਸ਼ੀਟ ਇਜ਼ ਟੂ ਬੀ ਯੂਜ਼ ਫॉर ਆਂਸਰਿੰਗ ਦਾ ਕੁਐਸਚਨ ਪੇਪਰਸ। ਤਾਂ ਆਪਣਾ ਜੀਮੇਲ ਦਾ ਜਿਹੜਾ ਕੁਐਸਚਨ ਪੇਪਰ ਹੈਗਾ ਉਹ ਆਪਣਾ ਜਿਹੜਾ ਕੁਐਸਚਨ ਪੇਪਰ ਉਹ ਡਾਊਨਲੋਡ ਕਰ ਸਕਦੇ ਆ ਅਤੇ A4 ਸ਼ੀਟ ਉਹਨਾਂ ਨੇ ਯੂਜ਼ ਕਰਨੀ ਹੈਗੀ, ਉੱਤੇ ਆਪਣੇ ਸਾਰੇ ਕੁਐਸਚਨ ਆਂਸਰ ਵਗੈਰਾ ਉਹਨਾਂ ਨੇ ਲਿਖਣੇ ਆ ਜਿਵੇਂ ਵੀ ਆਂਸਰਸ ਆਉਣਗੇ। ਫॉर एग्जांपल इफ द आंसर ऑफ क्वेश्चन नंबर 1 इज ऑप्शन बी, द स्टूडेंट आर रिक्वायर्ड टू राइट क्वेश्चन 1 आंसर बी। ਤਾਂ ਮੰਨ ਲਓ ਤੁਹਾਨੂੰ ਪੂਰਾ ਕੁਐਸਚਨ ਉਤਾਰਨ ਦੀ ਲੋੜ ਨਹੀਂ ਹੈ, ਪੂਰਾ ਆਂਸਰ ਲਿਖਣ ਦੀ ਲੋੜ ਨਹੀਂ ਹੈ, ਤੁਸੀਂ ਬਸ ਇੱਦਾਂ ਕੁਐਸਚਨ ਨੰਬਰ ਪਾ ਕੇ ਅਤੇ ਜਿਹੜਾ ਤੁਹਾਨੂੰ ਆਂਸਰ ਲੱਗਦਾ ਉਹ ਆਂਸਰ ਇੱਥੇ ਲਿਖ ਦੇਣਾ। The students must write the details on the first page of the answer sheet as I mentioned at point number 7. B on the first page. The answer sheet must be posted in a sealed envelope to the address mentioned in point number 10D. ਤਾਂ ਜਿਹੜੇ point number 7B ਦੇ ਵਿੱਚ ਆਪਾਂ ਪੜ੍ਹਿਆ ਸੀ ਸਾਰਾ ਆਪਣਾ ਨੇਮ ਕਲਾਸ ਵਗੈਰਾ ਸਭ ਲਿਖਣੀ ਹੈ, ਤਾਂ ਇਹਨਾਂ ਵਾਲੇ ਸਟੂਡੈਂਟਸ ਨੇ ਵੀ ਫਿਰ ਫਸਟ ਪੇਜ 'ਤੇ ਉਹ ਸਾਰਾ ਡਾਟਾ ਆਪਣਾ ਲਿਖਣਾ ਅਤੇ ਉਹ ਜਿਹੜਾ ਸਾਰੀ ਸ਼ੀਟਸ ਇਹ ਆਂਸਰ ਸ਼ੀਟਸ ਬਣਾਉਣਗੇ, ਆਂਸਰ ਸ਼ੀਟ ਨੂੰ ਫਿਰ ਉਹਨਾਂ ਨੇ ਪੋਸਟ ਕਰ ਦੇਣਾ। ਕਿਸ ਐਡਰੈਸ 'ਤੇ ਪੋਸਟ ਕਰਨਾ ਹੈ ਉਹ ਇਹਨਾਂ ਨੇ point number 10 ਦੇ ਵਿੱਚ ਦਿੱਤਾ। ਆਪਾਂ ਉੱਥੇ ਜਾ ਕੇ ਦੇਖਦੇ ਹਾਂ ਕਿ ਕਿਹੜੇ ਐਡਰੈਸ ਜਿਹੜਾ ਹੈਗਾ ਉੱਥੇ ਉਹ ਜਾ ਕੇ ਜਿਹੜਾ ਪੋਸਟ ਕਰ ਦੇਣਗੇ। ਉਸ ਤੋਂ ਬਾਅਦ ਆਪਣੇ ਪਾਸ ਆਉਂਦਾ ਇੰਸਟਰਕਸ਼ਨਸ ਫॉर ਸਟੂਡੈਂਟਸ ਅਟੈਂਪਟਿੰਗ ਦਿਸ ਪੇਪਰ ਥਰੂ ਗੂਗਲ ਫਾਰਮ। ਤਾਂ ਕੀ ਇੰਸਟਰਕਸ਼ਨਸ ਹੈ ਗੂਗਲ ਫਾਰਮ ਦੇ ਥਰੂ ਜਿਹੜੇ ਇਹਨਾਂ ਬੱਚਿਆਂ ਨੇ ਆਪਣਾ ਪੇਪਰ ਜਿਹੜਾ ਅਟੈਂਪਟ ਕਰਨਾ ਹੈਗਾ, ਉਹ ਹੈਗਾ ਦ ਸਟੂਡੈਂਟਸ ਕੈਨ ਸਬਮਿਟ ਦਿਸ ਪੇਪਰ ਓਨਲੀ ਵੰਸ। ਬੱਚਾ ਆਪਣਾ ਪੇਪਰ ਜਿਹੜਾ ਇੱਕ ਵਾਰੀ ਸਬਮਿਟ ਕਰਵਾ ਸਕਦਾ ਹੈ। ਤਾਂ ਸਟੂਡੈਂਟਸ ਆਰ ਓਨਲੀ ਰਿਕੁਆਇਰਡ ਟੂ ਕਲਿੱਕ ਟੂ ਚੂਜ਼ ਔਰ ਸਿਲੈਕਟ ਦਾ ਕਰੈਕਟ ਆਂਸਰ ਆਫ ਆਲ ਦਾ ਕੁਐਸਚਨਸ ਐਂਡ ਦੈਨ ਸਬਮਿਟ ਦਾ ਫਾਰਮ ਆਫਟਰ ਕੰਪਲੀਟਿੰਗ ਦਾ ਪੇਪਰ। ਆਪਣੇ ਤੁਸੀਂ ਜਿਵੇਂ ਗੂਗਲ ਫਾਰਮ ਦੇ ਜਿਹੜੇ ਟੈਸਟ ਹੁੰਦੇ ਕਿਸ ਤਰ੍ਹਾਂ ਹੁੰਦੇ ਕਿ ਆਪਣੇ ਜਿੰਨੇ ਵੀ ਤੁਹਾਡੇ ਕੁਐਸਚਨ ਹੈ ਉਸਦੇ ਤੁਹਾਨੂੰ ਜੋ ਵੀ ਸਹੀ ਆਂਸਰ ਲੱਗਦਾ ਉਸਨੂੰ ਚੂਜ਼ ਕਰ ਲਓ। ਇੱਕ ਵਾਰ ਸਾਰਾ ਪੇਪਰ ਹੱਲ ਕਰਨ ਤੋਂ ਬਾਅਦ ਜਿਹੜਾ ਵੀ ਤੁਹਾਨੂੰ ਇੱਕ ਵਾਰ ਰੀਚੈਕ ਕਰ ਲਓ ਕਿ ਤੁਹਾਨੂੰ ਜੋ ਆਂਸਰ ਸਹੀ ਲੱਗਦੇ ਆ ਉਹੀ ਤੁਹਾਨੂੰ ਟਿਕ ਕੀਤੇ ਆ। ਉਹ ਸਾਰਾ ਕਰਨ ਤੋਂ ਬਾਅਦ ਲਾਸਟ ਦੇ ਵਿੱਚ ਜਦੋਂ ਤੁਹਾਨੂੰ ਸਾਰਾ ਪੇਪਰ ਸੋਲਵ ਕਰ ਲਿਆ ਉਸ ਤੋਂ ਬਾਅਦ ਉਸਨੂੰ ਸਬਮਿਟ ਕਰ ਦੇਣਾ। ਥਰਡ ਪੁਆਇੰਟ ਆ ਜਾਂਦਾ, ਦਾ ਫਾਰਮ ਵਿਲ ਸਟੋਪ ਐਕਸੈਪਟਿੰਗ ਦ ਰਿਸਪੌਂਸਿਸ ਸੂਨ ਆਫਟਰ ਦ ਐਗਜ਼ਾਮੀਨੇਸ਼ਨ is concluded. The candidate are advised to attempt the paper in the given time to avoid the last minute hassle. That means ਅਗਰ ਤੁਹਾਡਾ ਮੰਨ ਲਓ 30 ਮਿੰਟਸ ਦਾ ਇੱਕ ਪੇਪਰ ਹੈਗਾ ਫੋਰ ਐਗਜ਼ਾਮਪਲ, ਵੈਸੇ ਤਾਂ ਤੁਹਾਡਾ 90 ਮਿੰਟਸ ਦਾ ਹੈਗਾ, ਚਲੋ 90 ਮਿੰਟ ਦੀ ਐਗਜ਼ਾਮਪਲ ਲੈ ਲੈਂਦੇ ਹਾਂ। 90 ਮਿੰਟ ਦਾ ਜਿਹੜਾ ਤੁਹਾਡਾ ਪੇਪਰ ਹੋਏਗਾ ਤਾਂ ਤੁਹਾਨੂੰ ਜਿਹੜਾ ਆਪਣਾ ਪੇਪਰ ਹੱਲ ਕਰਨ ਤੋਂ ਬਾਅਦ ਜਿਹੜਾ ਸਬਮਿਟ ਕਰਨਾ ਉਹ 90 ਮਿੰਟ ਦੇ ਅੰਦਰ ਕਰਨਾ ਪਏਗਾ, ਯਾਨੀ ਕਿ 90 ਮਿੰਟ ਤੋਂ ਬਾਅਦ ਤੁਹਾਡਾ ਉਹ ਪੇਪਰ ਜਿਹੜਾ ਉਹ ਨਹੀਂ ਅਕਸੈਪਟ ਕੀਤਾ ਜਾਏਗਾ। ਅਤੇ ਇਸ ਕਰਕੇ ਪੂਰਾ ਟਾਈਮ ਹੋਣ ਤੋਂ ਥੋੜ੍ਹੀ ਦੇਰ ਪਹਿਲਾਂ ਹੀ ਜਿਹੜਾ ਹੈ ਤੁਸੀਂ ਆਪਣਾ ਸਬਮਿਟ ਕਰ ਦੇਣਾ ਤਾਂ ਕਿ ਫਿਰ ਲਾਸਟ ਮਿੰਟ ਦੇ ਵਿੱਚ ਕੁਛ ਨੈਟਵਰਕ ਪ੍ਰੋਬਲਮ ਹੋਣ ਕਰਕੇ ਕਿਸੇ ਵੀ ਤਰੀਕੇ ਨਾਲ ਤੁਹਾਡਾ ਪੇਪਰ ਜਿਹੜਾ ਉਹ ਰਹਿ ਨਾ ਜਾਵੇ। ਉਸ ਤੋਂ ਬਾਅਦ ਡੀ ਉਹਨਾਂ ਨੇ ਪੁਆਇੰਟ ਦਿੱਤਾ, ਆਫਟਰ ਸਬਮਿਟਿੰਗ ਦਾ ਫਾਰਮ ਦ ਸਟੂਡੈਂਟ ਮਸਟ ਟੇਕ ਅ ਸਕਰੀਨਸ਼ਾਟ ਆਫ ਦ ਸਕਰੀਨ ਵਿਚ ਅਪੀਅਰਸ ਆਫਟਰ ਸਬਮਿਟਿੰਗ ਦਾ ਫਾਰਮ ਐਂਡ ਕੀਪ ਦਿਸ ਸਕਰੀਨਸ਼ਾਟ ਵਿਦ ਦੈਮਸੈਲਵਸ ਟਿਲ ਦਾ ਰਿਜ਼ਲਟ ਇਜ਼ ਡਿਕਲੇਅਰਡ। ਤਾਂ ਜਿਵੇਂ ਤੁਸੀਂ ਸਬਮਿਟ ਕਰੋਗੇ ਉਸ ਤੋਂ ਬਾਅਦ ਤੁਹਾਡੇ ਪਾਸ ਜਿਹੜੀ ਇੱਕ ਉੱਥੇ ਸਕਰੀਨ ਆਏਗੀ ਜਿਹਦੇ ਲਿਖਿਆ ਹੋਏਗਾ ਕਿ ਹਾਂ ਤੁਹਾਡਾ ਜਿਹੜਾ ਪੇਪਰ ਹੈ ਉਹ ਸਬਮਿਟ ਹੋ ਚੁੱਕਿਆ, ਤਾਂ ਉਹਦਾ ਤੁਸੀਂ ਸਕਰੀਨਸ਼ਾਟ ਲੈ ਲੈਣਾ ਅਤੇ ਉਹ ਸਕਰੀਨਸ਼ਾਟ ਆਪਣੇ ਕੋਲ ਹਮੇਸ਼ਾ ਰੱਖਣਾ ਜਦ ਤੱਕ ਤੁਹਾਡਾ ਰਿਜ਼ਲਟ ਜਿਹੜਾ ਉਹ ਨਹੀਂ ਆ ਜਾਂਦਾ। ਇਹ ਸੀਗਾ ਜੀ ਪੁਆਇੰਟ। ਉਸ ਤੋਂ ਬਾਅਦ ਆਪਾਂ ਦੇਖਦੇ ਹਾਂ 10th ਪੁਆਇੰਟ। ਉਸ ਤੋਂ ਬਾਅਦ ਆਪਣੇ ਪਾਸ ਆਉਂਦਾ ਇੰਸਟਰਕਸ਼ਨਸ ਫॉर ਸਟੂਡੈਂਟਸ ਅਟੈਂਪਟਿੰਗ ਦਿਸ ਪੇਪਰ ਥਰੂ ਗੂਗਲ ਫਾਰਮ। ਤਾਂ ਕੀ ਇੰਸਟਰਕਸ਼ਨਸ ਹੈ ਗੂਗਲ ਫਾਰਮ ਦੇ ਥਰੂ ਜਿਹੜੇ ਇਹਨਾਂ ਬੱਚਿਆਂ ਨੇ ਆਪਣਾ ਪੇਪਰ ਜਿਹੜਾ ਅਟੈਂਪਟ ਕਰਨਾ ਹੈਗਾ, ਉਹ ਹੈਗਾ ਦ ਸਟੂਡੈਂਟਸ ਕੈਨ ਸਬਮਿਟ ਦਿਸ ਪੇਪਰ ਓਨਲੀ ਵੰਸ। ਬੱਚਾ ਆਪਣਾ ਪੇਪਰ ਜਿਹੜਾ ਇੱਕ ਵਾਰੀ ਸਬਮਿਟ ਕਰਵਾ ਸਕਦਾ ਹੈ। ਤਾਂ ਸਟੂਡੈਂਟਸ ਆਰ ਓਨਲੀ ਰਿਕੁਆਇਰਡ ਟੂ ਕਲਿੱਕ ਟੂ ਚੂਜ਼ ਔਰ ਸਿਲੈਕਟ ਦਾ ਕਰੈਕਟ ਆਂਸਰ ਆਫ ਆਲ ਦਾ ਕੁਐਸਚਨਸ ਐਂਡ ਦੈਨ ਸਬਮਿਟ ਦਾ ਫਾਰਮ ਆਫਟਰ ਕੰਪਲੀਟਿੰਗ ਦਾ ਪੇਪਰ। ਆਪਣੇ ਤੁਸੀਂ ਜਿਵੇਂ ਗੂਗਲ ਫਾਰਮ ਦੇ ਜਿਹੜੇ ਟੈਸਟ ਹੁੰਦੇ ਕਿਸ ਤਰ੍ਹਾਂ ਹੁੰਦੇ ਕਿ ਆਪਣੇ ਜਿੰਨੇ ਵੀ ਤੁਹਾਡੇ ਕੁਐਸਚਨ ਹੈ ਉਸਦੇ ਤੁਹਾਨੂੰ ਜੋ ਵੀ ਸਹੀ ਆਂਸਰ ਲੱਗਦਾ ਉਸਨੂੰ ਚੂਜ਼ ਕਰ ਲਓ। ਇੱਕ ਵਾਰ ਸਾਰਾ ਪੇਪਰ ਹੱਲ ਕਰਨ ਤੋਂ ਬਾਅਦ ਜਿਹੜਾ ਵੀ ਤੁਹਾਨੂੰ ਇੱਕ ਵਾਰ ਰੀਚੈਕ ਕਰ ਲਓ ਕਿ ਤੁਹਾਨੂੰ ਜੋ ਆਂਸਰ ਸਹੀ ਲੱਗਦੇ ਆ ਉਹੀ ਤੁਹਾਨੂੰ ਟਿਕ ਕੀਤੇ ਆ। ਉਹ ਸਾਰਾ ਕਰਨ ਤੋਂ ਬਾਅਦ ਲਾਸਟ ਦੇ ਵਿੱਚ ਜਦੋਂ ਤੁਹਾਨੂੰ ਸਾਰਾ ਪੇਪਰ ਸੋਲਵ ਕਰ ਲਿਆ ਉਸ ਤੋਂ ਬਾਅਦ ਉਸਨੂੰ ਸਬਮਿਟ ਕਰ ਦੇਣਾ। ਥਰਡ ਪੁਆਇੰਟ ਆ ਜਾਂਦਾ, ਦਾ ਫਾਰਮ ਵਿਲ ਸਟੋਪ ਐਕਸੈਪਟਿੰਗ ਦ ਰਿਸਪੌਂਸਿਸ ਸੂਨ ਆਫਟਰ ਦ ਐਗਜ਼ਾਮੀਨੇਸ਼ਨ is concluded. The candidate are advised to attempt the paper in the given time to avoid the last minute hassle. That means ਅਗਰ ਤੁਹਾਡਾ ਮੰਨ ਲਓ 30 ਮਿੰਟਸ ਦਾ ਇੱਕ ਪੇਪਰ ਹੈਗਾ ਫੋਰ ਐਗਜ਼ਾਮਪਲ, ਵੈਸੇ ਤਾਂ ਤੁਹਾਡਾ 90 ਮਿੰਟਸ ਦਾ ਹੈਗਾ, ਚਲੋ 90 ਮਿੰਟ ਦੀ ਐਗਜ਼ਾਮਪਲ ਲੈ ਲੈਂਦੇ ਹਾਂ। 90 ਮਿੰਟ ਦਾ ਜਿਹੜਾ ਤੁਹਾਡਾ ਪੇਪਰ ਹੋਏਗਾ ਤਾਂ ਤੁਹਾਨੂੰ ਜਿਹੜਾ ਆਪਣਾ ਪੇਪਰ ਹੱਲ ਕਰਨ ਤੋਂ ਬਾਅਦ ਜਿਹੜਾ ਸਬਮਿਟ ਕਰਨਾ ਉਹ 90 ਮਿੰਟ ਦੇ ਅੰਦਰ ਕਰਨਾ ਪਏਗਾ, ਯਾਨੀ ਕਿ 90 ਮਿੰਟ ਤੋਂ ਬਾਅਦ ਤੁਹਾਡਾ ਉਹ ਪੇਪਰ ਜਿਹੜਾ ਉਹ ਨਹੀਂ ਅਕਸੈਪਟ ਕੀਤਾ ਜਾਏਗਾ। ਅਤੇ ਇਸ ਕਰਕੇ ਪੂਰਾ ਟਾਈਮ ਹੋਣ ਤੋਂ ਥੋੜ੍ਹੀ ਦੇਰ ਪਹਿਲਾਂ ਹੀ ਜਿਹੜਾ ਹੈ ਤੁਸੀਂ ਆਪਣਾ ਸਬਮਿਟ ਕਰ ਦੇਣਾ ਤਾਂ ਕਿ ਫਿਰ ਲਾਸਟ ਮਿੰਟ ਦੇ ਵਿੱਚ ਕੁਛ ਨੈਟਵਰਕ ਪ੍ਰੋਬਲਮ ਹੋਣ ਕਰਕੇ ਕਿਸੇ ਵੀ ਤਰੀਕੇ ਨਾਲ ਤੁਹਾਡਾ ਪੇਪਰ ਜਿਹੜਾ ਉਹ ਰਹਿ ਨਾ ਜਾਵੇ।
ਉਸ ਤੋਂ ਬਾਅਦ ਡੀ ਉਹਨਾਂ ਨੇ ਪੁਆਇੰਟ ਦਿੱਤਾ ਆਫਟਰ ਸਬਮਿਟਿੰਗ ਦਾ ਫਾਰਮ ਦ ਸਟੂਡੈਂਟ ਮਸਟ ਟੇਕ ਅ ਸਕਰੀਨਸ਼ਾਟ ਆਫ ਦ ਸਕਰੀਨ ਵਿਚ ਅਪੀਅਰਸ ਆਫਟਰ ਸਬਮਿਟਿੰਗ ਦਾ ਫਾਰਮ ਐਂਡ ਕੀਪ ਦਿਸ ਸਕਰੀਨਸ਼ਾਟ ਵਿਦ ਦੈਮਸੈਲਵਸ ਟਿਲ ਦਾ ਰਿਜ਼ਲਟ ਇਜ਼ ਡਿਕਲੇਅਰਡ। ਤਾਂ ਜਿਵੇਂ ਤੁਸੀਂ ਸਬਮਿਟ ਕਰੋਗੇ ਉਸ ਤੋਂ ਬਾਅਦ ਤੁਹਾਡੇ ਪਾਸ ਜਿਹੜੀ ਇੱਕ ਉੱਥੇ ਸਕਰੀਨ ਆਏਗੀ ਜਿਹਦੇ ਲਿਖਿਆ ਹੋਏਗਾ ਕਿ ਹਾਂ ਤੁਹਾਡਾ ਜਿਹੜਾ ਪੇਪਰ ਹੈ ਉਹ ਸਬਮਿਟ ਹੋ ਚੁੱਕਿਆ, ਤਾਂ ਉਹਦਾ ਤੁਸੀਂ ਸਕਰੀਨਸ਼ਾਟ ਲੈ ਲੈਣਾ ਅਤੇ ਉਹ ਸਕਰੀਨਸ਼ਾਟ ਆਪਣੇ ਕੋਲ ਹਮੇਸ਼ਾ ਰੱਖਣਾ ਜਦ ਤੱਕ ਤੁਹਾਡਾ ਰਿਜ਼ਲਟ ਜਿਹੜਾ ਉਹ ਨਹੀਂ ਆ ਜਾਂਦਾ। ਇਹ ਸੀਗਾ ਜੀ ਪੁਆਇੰਟ। ਉਸ ਤੋਂ ਬਾਅਦ ਆਪਾਂ ਦੇਖਦੇ ਹਾਂ 10th ਪੁਆਇੰਟ। ਨੈਕਸਟ ਆਪਣੇ ਪਾਸ ਆ ਜਾਂਦਾ 10th ਪੁਆਇੰਟ ਸਬਮਿਸ਼ਨ ਆਫ ਦਾ ਆਂਸਰ ਸ਼ੀਟਸ। ਦੇਖੋ ਸਬਮਿਸ਼ਨ ਆਫ ਆਂਸਰ ਸ਼ੀਟਸ ਦਾ ਮਤਲਬ ਕੀ ਆਂਸਰ ਸ਼ੀਟਸ ਵਿਲ ਨੋਟ ਬੀ ਐਕਸੈਪਟਡ ਥਰੂ ਈਮੇਲਸ। ਇਹਦੇ ਵਿੱਚ ਲਿਖਿਆ ਕਿ ਆਂਸਰ ਸ਼ੀਟਸ ਜਿਹੜੀਆਂ ਨੇ ਉਹ ਈਮੇਲ ਦੇ ਥਰੂ ਐਕਸੈਪਟ ਨਹੀਂ ਕੀਤੀਆਂ ਜਾਣਗੀਆਂ। ਸਟੂਡੈਂਟਸ ਅਪੀਅਰਿੰਗ ਇਨ ਮੋਰਨਿੰਗ ਸਲੋਟ ਦੈਟ ਇਜ਼ 9:30 AM to 12:30 PM ਆਰ ਰਿਕੁਆਇਰਡ ਟੂ ਸੈਂਡ ਦਾ ਹਾਰਡ ਕਾਪੀ ਆਫ ਆਂਸਰ ਸ਼ੀਟਸ। ਉਹਨਾਂ ਨੂੰ ਹਾਰਡ ਕਾਪੀ ਆਫ ਆਂਸਰ ਸ਼ੀਟਸ ਜਿਹੜੀਆਂ ਹੈਗੀਆਂ ਨੇ ਐਟ ਦਾ ਐਡਰੈਸ ਮੈਨਸ਼ਨ ਐਟ ਪੁਆਇੰਟ 10 ਇੱਥੇ ਐਡਰੈਸ ਦਿੱਤਾ ਹੋਊਗਾ, ਉੱਥੇ ਤੁਹਾਨੂੰ ਆਪਣੀ ਆਂਸਰ ਸ਼ੀਟ ਨੂੰ ਪੋਸਟ ਕਰਨਾ ਹੈਗਾ। ਅਤੇ ਉਸ ਤੋਂ ਬਾਅਦ ਇਹਨਾਂ ਨੇ ਬੋਲਿਆ ਹੈਗਾ ਕਿ ਇਟ ਸ਼ੁੱਡ ਬੀ ਡਨ ਬਾਈ 3 PM ਔਨ ਦਾ ਸੇਮ ਡੇ। ਜਿਸ ਦਿਨ ਤੁਹਾਡਾ ਪੇਪਰ ਹੈਗਾ ਉਸ ਦਿਨ ਪੇਪਰ ਵਾਲੇ ਦਿਨ ਹੀ ਤੁਸੀਂ ਸਵੇਰੇ, ਜਿਵੇਂ ਤੁਹਾਡਾ 12:30 ਪੇਪਰ ਖਤਮ ਹੋ ਗਿਆ ਤਾਂ 3 ਵਜੇ ਤੱਕ ਤੁਸੀਂ ਆਪਣਾ ਜਿਹੜਾ ਪੇਪਰ ਹੈ ਪੋਸਟ ਕਰ ਦੇਣਾ। ਨੋ ਅਪਲੋਡਿੰਗ ਆਫ ਆਂਸਰ ਸ਼ੀਟ ਇਜ਼ ਅਲਾਊਡ ਫॉर ਦਾ ਮੋਰਨਿੰਗ ਸਲੋਟ। ਤਾਂ ਮੋਰਨਿੰਗ ਸਲੋਟ ਵਾਲੇ ਬੱਚਿਆਂ ਵਾਸਤੇ ਕੋਈ ਵੀ ਪੇਪਰ ਜਿਹੜਾ ਹੈਗਾ ਉਹ ਅਪਲੋਡ ਕਰਨ ਦੀ ਇੱਥੇ ਕੋਈ ਵੀ ਫੈਸਿਲਿਟੀ ਅਵੇਲੇਬਲ ਨਹੀਂ ਹੈ। ਦਾ ਫਸਟ ਪੇਜ ਆਫ ਆਂਸਰ ਸ਼ੀਟ ਮਸਟ ਬੀ ਫੋਟੋਕਾਪੀ ਆਫ ਦਾ ਐਡਮਿਟ ਕਾਰਡ। ਤਾਂ ਫਸਟ ਪੇਜ ਜਿਹੜਾ ਤੁਹਾਨੂੰ ਉੱਥੇ ਕੀ ਲਗਾਉਣਾ ਹੈ, ਆਪਣੀ ਐਡਮਿਟ ਕਾਰਡ ਦੀ ਜਿਹੜੀ ਆ ਫੋਟੋਕਾਪੀ ਲਗਾਉਣੀ ਹੈ। ਦਾ ਆਂਸਰ ਸ਼ੀਟ ਸ਼ੁੱਡ ਬੀ ਸਟੈਪਲ ਟਾਈਡ ਇਨ ਅ ਸੀਰੀਅਲ ਆਰਡਰ ਐਂਡ ਮਸਟ ਹੈਵ ਦਾ ਪੇਜ ਨੰਬਰ ਰਿਟਨ ਔਨ ਦਾ ਪੇਜ। ਤਾਂ ਆਪਣੇ ਪੇਜਿਸ ਨੰਬਰ ਉੱਥੇ ਲਿਖੇ ਹੋਣੇ ਚਾਹੀਦੇ ਨੇ, ਅੱਛੀ ਤਰ੍ਹਾਂ ਟਾਈਡ ਹੋਣਾ ਚਾਹੀਦਾ ਹੈਗਾ। ਉਸ ਤੋਂ ਬਾਅਦ ਆਪਣੇ ਪਾਸ ਸੀ ਪੁਆਇੰਟ ਆ ਜਾਂਦਾ ਹੈ ਸਟੂਡੈਂਟਸ ਅਪੀਅਰਿੰਗ ਇਵਨਿੰਗ ਸਲੋਟ। ਇਹ ਜਿਹੜਾ ਆਪਣਾ ਪੁਆਇੰਟ ਸੀਗਾ ਮੋਰਨਿੰਗ ਸਲੋਟ ਬਾਰੇ, ਹੁਣ ਗੱਲ ਆ ਗਈ ਇਵਨਿੰਗ ਸਲੋਟ ਦੀ ਕਿ ਇਵਨਿੰਗ ਸਲੋਟ ਵਾਲੇ ਬੱਚੇ ਜਿਹੜੇ ਹੈਗੇ ਸ਼ੈਲ ਅਪਲੋਡ ਦੇਅਰ ਆਂਸਰ ਸ਼ੀਟ। ਉਹਨਾਂ ਲਈ ਅਪਲੋਡ ਦੀ ਫੈਸਿਲਿਟੀ ਹੈਗੀ ਆ। ਉਹਨਾਂ ਵਿਦ ਇਨ ਦਾ ਨੈਕਸਟ 1 hour ਆਫ ਕੰਪਲੀਸ਼ਨ, 1 ਘੰਟੇ ਦੇ ਵਿੱਚ ਤੁਹਾਨੂੰ ਆਪਣਾ ਪੇਪਰ ਜਿਹੜਾ ਹੈਗਾ ਉਹ ਅਪਲੋਡ ਕਰਨਾ। ਕਿੱਥੇ? ਐਟ ਦਾ ਲਿੰਕ ਪ੍ਰੋਵਾਈਡਡ ਔਨ ਦਾ ਵੈਬਸਾਈਟ ਵੇਅਰ ਦਾ ਕੁਐਸਚਨ ਪੇਪਰ ਇਜ਼ ਡਾਊਨਲੋਡਡ। ਜਿੱਥੋਂ ਤੁਸੀਂ ਆਪਣਾ ਕੁਐਸਚਨ ਪੇਪਰ ਡਾਊਨਲੋਡ ਕਰੋਗੇ ਉੱਥੇ ਤੁਹਾਡੇ ਲਿੰਕ ਦਿੱਤਾ ਹੋਊਗਾ ਕਿ ਇਸ ਲਿੰਕ 'ਤੇ ਤੁਹਾਨੂੰ ਇਸ ਵੈਬਸਾਈਟ 'ਤੇ ਜਿਹੜਾ ਹੈਗਾ ਆਪਣਾ ਕੁਐਸਚਨ ਪੇਪਰ ਉੱਥੇ ਜਿਹੜਾ ਅਪਲੋਡ ਕਰਨਾ ਹੈ। ਅ PDF ਆਫ ਦਾ ਆਂਸਰ ਸ਼ੀਟ ਇਜ਼ ਟੂ ਬੀ ਕ੍ਰੀਏਟਡ ਵਿਦ ਐਡਮਿਟ ਕਾਰਡਸ। ਤਾਂ ਇੱਥੇ ਵੀ ਤੁਹਾਨੂੰ ਪਹਿਲਾ ਪੇਜ ਜਿਹੜਾ ਐਡਮਿਟ ਕਾਰਡ ਦਾ ਹੀ ਲਗਾਉਣਾ ਹੈ। ਐਡਮਿਟ ਕਾਰਡ ਦਾ ਪੇਜ ਲਗਾ ਕੇ ਫਸਟ ਪੇਜ ਐਂਡ ਦੈਨ ਉਸਨੂੰ ਸੀਰੀਅਲ ਆਰਡਰ ਦੇ ਵਿੱਚ ਲਗਾ ਕੇ ਬਾਕੀ ਸਾਰੇ ਪੇਜ ਅਪਲੋਡ ਕਰ ਦੇਣੇ ਨੇ। ਪੇਜ ਨੰਬਰ ਸ਼ੁੱਡ ਬੀ ਰਿਟਨ ਔਨ ਦਾ ਈਚ ਪੇਜ। The students are required to click on the undertaking mentioned while uploading the answer sheets। ਤਾਂ ਇਹ ਸੀਗੀ ਜੀ ਇਵਨਿੰਗ ਸਲੋਟ ਵਾਲਿਆਂ ਵਾਸਤੇ। The hard copy of the answer sheet along with the photocopy of admit card is mandatory required to be posted at the address mentioned। ਤਾਂ ਦੇਖੋ ਜਿਹੜੇ ਇਵਨਿੰਗ ਸਲੋਟ ਵਾਲੇ ਹੈਗੇ ਨੇ ਉਹਨਾਂ ਨੇ ਅਪਲੋਡ ਕਰਨ ਦੀ ਫੈਸਿਲਿਟੀ ਬਿਲਕੁਲ ਉਹਨਾਂ ਨੂੰ ਦਿੱਤੀ ਗਈ ਹੈ 1 ਘੰਟੇ ਦੇ ਅੰਦਰ ਅੰਦਰ, ਲੇਕਿਨ ਨਾਲ ਹੀ ਨਾਲ ਉਹਨਾਂ ਨੇ ਕੀ ਕਰਨਾ ਹੈ ਉੱਥੇ ਪੋਸਟ ਵੀ ਕਰਨਾ ਹੈ। ਯਾਨੀ ਕਿ ਤੁਸੀਂ ਨੈਕਸਟ ਡੇ ਜਿਵੇਂ ਜਾ ਕੇ ਕਰ ਸਕਦੇ ਹੋ। ਦੇਖੋ ਕਿਵੇਂ ਇਹਨਾਂ ਨੇ ਲਿਖਿਆ ਔਨ ਦਾ ਨੈਕਸਟ ਵਰਕਿੰਗ ਡੇ ਵਿਦ ਇਨ ਦਾ 2 hours ਆਫ ਦਾ ਓਪਨਿੰਗ ਆਫ ਦਾ ਪੋਸਟ ਆਫਿਸ। ਤਾਂ ਜਿੰਨੇ ਵਜੇ ਵੀ ਪੋਸਟ ਆਫਿਸ ਨੈਕਸਟ ਡੇ ਖੁੱਲ੍ਹਦਾ ਉਹਦੇ ਅੰਦਰ 2 ਘੰਟੇ ਦੇ ਅੰਦਰ ਅੰਦਰ ਤੁਹਾਨੂੰ ਆਪਣਾ ਜਿਹੜਾ ਪੇਪਰ ਹੈਗਾ ਉਹ ਐਡਮਿਟ ਕਾਰਡ ਲਗਾ ਕੇ ਪੂਰਾ ਪੋਸਟ ਕਰ ਦੇਣਾ ਹੈ। ਉਸ ਤੋਂ ਬਾਅਦ ਇਹਨਾਂ ਨੇ ਪੁਆਇੰਟ ਦਿੱਤਾ ਕਿ ਅੰਡਰਟੇਕਿੰਗ ਆਈ ਹੈਵ ਸੀਲਡ ਮਾਈ ਆਂਸਰ ਸ਼ੀਟ ਐਂਡ ਵਿਲ ਪੋਸਟ ਦਾ ਸੇਮ ਸਾਰੀ ਦਿੱਤੀ ਹੋਈ ਹੈ। ਇਹ ਸਾਰੀ ਡਿਕਲੇਰੇਸ਼ਨ। ਡੀ ਪੁਆਇੰਟ, ਤਾਂ ਦੇਖੋ ਆਹ ਜਿਹੜਾ ਹੈਗਾ ਇਹ ਦਿੱਤਾ ਹੋਇਆ ਐਡਰੈਸ, ਇਸ ਐਡਰੈਸ 'ਤੇ ਜਾ ਕੇ ਤੁਹਾਨੂੰ ਪੋਸਟ ਕਰਨਾ ਹੈਗਾ। ਜਿਹੜਾ ਉਹਨਾਂ ਨੇ ਗੱਲ ਕਰ ਰਹੇ ਸੀ ਹਰ ਵਾਰ ਕਿ ਇਸ ਐਡਰੈਸ 'ਤੇ ਪੋਸਟ ਕਰੋ, ਇਸ ਐਡਰੈਸ 'ਤੇ ਪੋਸਟ ਕਰੋ, ਇਹ ਵਾਲਾ ਐਡਰੈਸ ਜਿਹੜਾ ਤੁਹਾਨੂੰ ਇੱਥੇ ਯੂਜ਼ ਕਰਨਾ ਹੈ। ਸਪੀਡ ਪੋਸਟ ਅਤੇ ਰਜਿਸਟਰਡ ਪੋਸਟ ਜਿਹੜੀ ਹੈਗੀ ਆ ਉਹ ਇੱਥੇ ਅਲੋ ਕੀਤੀ ਹੈ। ਜਾਂ ਤਾਂ ਤੁਸੀਂ ਸਪੀਡ ਪੋਸਟ ਕਰੋਗੇ ਜਾਂ ਫਿਰ ਰਜਿਸਟਰਡ ਪੋਸਟ ਕਰੋਗੇ। ਅਤੇ ਇਹਨਾਂ ਨੇ ਜਿਹੜਾ ਇੱਥੇ ਐਡਰੈਸ ਦਿੱਤਾ ਹੋਇਆ ਡਿਪਟੀ ਰਜਿਸਟਰਾਰ ਸੈਕਰੇਸੀ ਅਰੁਣਾ ਰਣਜੀਤ ਚੰਦਰ ਹੌਲ, ਪੰਜਾਬ ਯੂਨੀਵਰਸਿਟੀ, ਸੈਕਟਰ 14 ਚੰਡੀਗੜ੍ਹ UT, ਪਿੰਨ ਕੋਡ 160014। ਤਾਂ ਇਸ ਐਡਰੈਸ 'ਤੇ ਜਾ ਕੇ ਤੁਸੀਂ ਜਿਹੜਾ ਪੋਸਟ ਕਰੋਗੇ। ਤਾਂ ਆਈ ਹੋਪ ਤੁਹਾਨੂੰ ਡਿਟੇਲਡ ਦੇ ਵਿੱਚ ਸਾਰੀਆਂ ਮੈਨੂੰ ਇੰਸਟਰਕਸ਼ਨਸ ਜਿਹੜੀਆਂ ਇਕੱਲੇ ਸਮਝਾਈਆਂ ਨੇ ਪੂਰੇ ਪੇਪਰ ਲਈ। ਤਾਂ ਆਈ ਹੋਪ ਤੁਹਾਨੂੰ ਅੱਛੀ ਤਰ੍ਹਾਂ ਸਮਝ ਆਈਆਂ ਹੋਣਗੀਆਂ। ਫਿਰ ਵੀ ਤੁਹਾਡਾ ਕੋਈ ਵੀ ਡਾਊਟ ਹੋਏਗਾ ਤਾਂ ਪਲੀਜ਼ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਮੈਨੂੰ ਪੁੱਛ ਸਕਦੇ ਹੋ। ਅਤੇ ਜੇ ਤੁਹਾਨੂੰ ਇਸ ਚੈਨਲ 'ਤੇ ਪਹਿਲੀ ਵਾਰ ਵਿਜ਼ਿਟ ਕੀਤਾ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਹੀ ਬੈਲ ਆਈਕਨ ਨੂੰ ਪ੍ਰੈਸ ਕਰ ਲੈਣਾ, ਜਿਸ ਦੇ ਨਾਲ ਤੁਹਾਨੂੰ ਆਉਣ ਵਾਲੀ ਸਾਰੀ ਲੇਟੈਸਟ ਅਪਡੇਟਸ ਦੀ ਜਿਹੜੀ ਜਾਣਕਾਰੀ ਹੈ ਟਾਈਮ ਸਿਰ ਮਿਲ ਜਾਏਗੀ। ਅਤੇ ਨਾਲ ਹੀ ਤੁਸੀਂ ਮੈਨੂੰ ਫੇਸਬੁੱਕ 'ਤੇ ਵੀ ਫੋਲੋ ਕਰ ਸਕਦੇ ਹੋ, ਉਸਦਾ ਲਿੰਕ ਵੀ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਏਗਾ। ਥੈਂਕ ਯੂ।